ਦੁਆਬਾ ਰੇਡੀਓ ਦੁਆਬਾ ਰੇਡੀਓ ਦੁਆਬਾ ਰੇਡੀਓ ਦੁਆਬਾ ਰੇਡੀਓ ਦੁਆਬਾ ਰੇਡੀਓ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਪ੍ਰੋਗਰਾਮ ਸਾਡੀ ਸਿਹਤ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼ ਦੀ ਦੁਨੀਆ ਦੇ ਦੋਸਤੋ। ਸਾਡੀ ਸਿਹਤ ਪ੍ਰੋਗਰਾਮ ਜਿਹੜਾ ਹੈ, ਇਹ ਸਿਹਤ, ਇਹਦੇ ਨਾਮ ਤੋਂ ਹੀ ਜ਼ਾਹਰ ਹੈ ਕਿ ਇਹ ਸਿਹਤ ਦੇ ਨਾਲ ਜਿਹੜੇ ਸਰੋਕਾਰ ਨੇ ਸਾਡੇ ਜੁੜੇ ਹੋਏ, ਉਹਨਾਂ ਨੂੰ ਲੈ ਕੇ ਅਸੀਂ ਇਹ ਪ੍ਰੋਗਰਾਮ ਜਿਹੜਾ ਹੈ ਪੇਸ਼ ਕਰਦੇ ਹਾਂ ਤੁਹਾਡੀ ਖਿਦਮਤ ਦੇ ਵਿੱਚ। ਔਰ ਇਸ ਪ੍ਰੋਗਰਾਮ ਦੇ ਵਿੱਚ ਬਤੌਰ ਸਿਹਤ ਸ਼ਾਸਤਰੀ, ਬਤੌਰ ਸਿਹਤ ਦੇ ਜਿਹੜੇ ਮਾਹਰ ਨੇ, ਉਹ ਜੁੜਦੇ ਨੇ ਸਾਡੇ ਨਾਲ। ਬਹੁਤ ਹੀ ਅਨੁਭਵੀ ਡਾਕਟਰ ਸਾਹਿਬ, ਡਾਕਟਰ ਵਿਸ਼ਾਲ ਧਰਵਾਲ ਜੀ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਜੀ ਆਇਆਂ ਕਹਿੰਦੇ ਹਾਂ ਜੀ ਡਾਕਟਰ ਵਿਸ਼ਾਲ ਧਰਵਾਲ ਜੀ ਨੂੰ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸ਼ਮੀ ਜੀ, ਤੇ ਦੁਆਬਾ ਰੇਡੀਓਜ਼ ਦੇ ਜਿੰਨੇ ਵੀ ਸਰੋਤਾ ਨੇ ਦੇਸ਼ ਵਿਦੇਸ਼ 'ਚ ਬੈਠੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਜੀ। ਡਾਕਟਰ ਸਾਹਿਬ, ਜਿਵੇਂ ਕਿ ਇਸ ਸੀਰੀਜ਼ ਦੇ ਵਿੱਚ ਅਸੀਂ ਆਪਣਾ ਧਿਆਨ ਕੇਂਦਰਿਤ ਕਰਾਂਗੇ ਜੋ ਸਿਹਤ ਨਾਲ ਸੰਬੰਧਿਤ ਮੁਸ਼ਕਲਾਂ ਨੇ, ਸਮੱਸਿਆਵਾਂ ਨੇ, ਜਨਰਲ ਹੈਲਥ ਕੇਅਰ ਦੇ ਬਾਰੇ ਆਪਾਂ ਗੱਲਾਂ ਕਰਾਂਗੇ। ਤੋ ਅੱਜ ਇਸ ਵੇਲੇ, ਕਿਉਂਕਿ ਅਕਤੂਬਰ ਦਾ ਮਹੀਨਾ ਜਿਹੜਾ ਚੱਲ ਰਿਹਾ ਹੈ, ਔਰ ਕੈਲੰਡਰ 'ਤੇ ਜਦੋਂ ਇਹ ਮਹੀਨਾ ਆਉਂਦਾ ਹੈ, ਇਹਨੂੰ ਤਿਉਹਾਰਾਂ ਵੱਲ ਦੀ ਰੁੱਤ ਵੀ ਕਿਹਾ ਜਾਂਦਾ ਹੈ। ਔਰ ਕਾਫੀ ਫਿਕਰਮੰਦੀਆਂ ਵੀ ਲੋਕਾਂ ਦੀ ਵੱਧ ਜਾਂਦੀਆਂ ਨੇ, ਕਿਉਂਕਿ ਦੀਵਾਲੀ ਵਰਗਾ ਇੱਕ ਵੱਡਾ ਤਿਉਹਾਰ ਦੁਸ਼ਹਿਰਾ ਹੋ ਕੇ ਹਟਿਆ। ਔਰ ਦੀਵਾਲੀ 'ਤੇ ਪਰਾਲੀ ਦਾ ਰੌਲਾ ਪੈ ਜਾਂਦਾ ਹੈ। ਮੇਰੀ ਮੁਰਾਦ ਹੈ ਕਿ ਏਅਰ ਪੋਲਿਊਸ਼ਨ ਦੀ ਇੱਕ ਸਮੱਸਿਆ ਜਿਹੜੀ ਆ ਉਹ ਖੜੀ ਹੋ ਜਾਂਦੀ ਹੈ। ਔਰ ਹਵਾ ਦਾ ਪ੍ਰਦੂਸ਼ਣ, ਦੋਸਤੋ, ਅੱਜ ਆਪਾਂ ਜਾਣਾਂਗੇ ਡਾਕਟਰ ਸਾਹਿਬ ਕੋਲੋਂ ਕਿ ਇਹ ਹਵਾ ਦਾ ਪ੍ਰਦੂਸ਼ਣ ਕੀ ਹੁੰਦਾ ਹੈ, ਕਿਵੇਂ ਹੁੰਦਾ ਹੈ, ਇਹਦਾ ਸਾਡੀ ਸਿਹਤ ਦੇ ਉੱਤੇ ਕੀ ਅਸਰ ਪੈਂਦਾ ਹੈ, ਅਤੇ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਕੀ ਕੁਝ ਇਸ ਨੂੰ ਲੈ ਕੇ ਚਿੰਤਾਵਾਂ, ਫਿਕਰਮੰਦੀਆਂ, ਅਤੇ ਇਹਨੂੰ ਸੁਧਾਰਨ ਵਾਸਤੇ ਕੀ ਕੁਝ ਹੋ ਰਿਹਾ। ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਜਾਣਾਂਗੇ ਡਾਕਟਰ ਵਿਸ਼ਾਲ ਜੀ ਕੋਲੋਂ। ਤੋ ਡਾਕਟਰ ਸਾਹਿਬ, ਇੱਕ ਨਾ ਮੈਂ ਸ਼ਬਦ ਸੁਣਦਾ ਹੁੰਦਾ ਹੈ, ਅੱਜ ਕੱਲ੍ਹ ਬੜਾ ਚਰਚਾ ਵਿੱਚ ਹੈ, AQI, ਏਅਰ ਕੁਆਲਿਟੀ ਇੰਡੈਕਸ। ਹਵਾ ਦੀ ਜਿਹੜੀ ਆ, ਕਹਿ ਲਓ ਵੀ ਉਹ, ਉਹਨੂੰ ਕੀ ਕਹਿ ਸਕਦੇ ਆਪਾਂ, ਕੁਆਲਿਟੀ, ਹਵਾ ਦੀ ਜਿਹੜੀ ਕੁਆਲਿਟੀ ਆ ਉਹਨੂੰ ਦਰਸਾਉਣ ਵਾਸਤੇ ਇਹ ਜਿਹੜਾ ਮਾਪਦੰਡ ਰੱਖਿਆ ਜਾਂਦਾ ਹੈ। ਜੀ ਡਾਕਟਰ ਸਾਹਿਬ, ਇਹ ਹਵਾ ਦਾ ਪ੍ਰਦੂਸ਼ਣ ਅਸਲ 'ਚ ਹੈ ਕੀ ਹੈ? ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਸਾਂਝ ਪਾਉਂਦੇ ਹਾਂ। ਏਅਰ ਪੋਲਿਊਸ਼ਨ ਜਾਂ ਹਵਾ ਦਾ ਪ੍ਰਦੂਸ਼ਣ ਜਾਂ ਵਾਯੂ ਪ੍ਰਦੂਸ਼ਣ ਅਸੀਂ ਉਦੋਂ ਕਹਿੰਦੇ ਹਾਂ ਜਦੋਂ ਐਨਵਾਇਰਨਮੈਂਟ, ਐਟਮੋਸਫੇਅਰ ਜਾਂ ਹਵਾ ਦੇ ਵਿੱਚ ਪ੍ਰਦੂਸ਼ਿਤ ਕਰਨ ਵਾਲੇ ਕੈਮੀਕਲਸ ਜਾਂ ਪਾਰਟੀਕਲਸ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਮਿਲ ਜਾਂਦੇ ਹੈ, ਜਿਹੜੇ ਕਿ ਉਸ ਨੂੰ ਇਸ ਹੱਦ ਤੱਕ ਪ੍ਰਦੂਸ਼ਿਤ ਕਰ ਦਿੰਦੇ ਹੈ ਕਿ ਉਹਦਾ ਅਸਰ ਇਨਸਾਨ, ਜਾਨਵਰ ਦੀ ਸਿਹਤ ਜਾਂ ਹੋਰ ਜੋ ਵੀ ਸਾਡਾ ਆਲਾ ਦੁਆਲਾ ਹੈ ਉਹਦੇ 'ਤੇ ਪੈਣਾ ਸ਼ੁਰੂ ਹੋ। ਸੋ ਇਸ ਚੀਜ਼ ਨੂੰ ਅਸੀਂ ਏਅਰ ਪੋਲਿਊਸ਼ਨ ਕਹਿੰਦੇ ਹਾਂ, ਜਦੋਂ ਹਵਾ ਦਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਬਹੁਤ ਵੱਧ ਜਾਂਦੀ। ਜੀ 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 ਡਾਕਟਰ ਸਾਹਿਬ, ਜਾਰੀ ਰੱਖੋ ਜੀ। ਔਰ ਜਿਹੜਾ ਏਅਰ ਪੋਲਿਊਸ਼ਨ, ਇਹ ਦੋ ਢੰਗਾਂ ਨਾਲ ਹੋ ਸਕਦਾ। ਜਾਂ ਤਾਂ ਜਿਹੜੇ ਮੈਨ ਮੇਡ ਹੈਗਾ, ਜਿਹੜੇ ਅਸੀਂ ਇਨਸਾਨ ਹੈਗੇ ਹਾਂ ਸਾਡੇ ਦੁਆਰਾ, ਤੇ ਦੂਸਰਾ ਜਿਹੜਾ ਹੈਗਾ ਨੈਚੁਰਲ। ਸੋ ਇੱਕ ਨੂੰ ਆਪਾਂ ਮੈਨ ਮੇਡ ਜਾਂ ਐਂਥਰੋਪੋਜੈਨਿਕ, ਤੇ ਦੂਸਰਾ ਨੈਚੁਰਲ ਜੀ। ਤੇ ਮੈਨ ਮੇਡ ਪੋਲਿਊਸ਼ਨ ਜਿਹੜਾ ਹੈਗਾ, ਉਹ ਸਭ ਤੋਂ ਜ਼ਿਆਦਾ ਜਿਹੜੇ ਸਾਡੇ ਐਵੀਏਸ਼ਨ ਹੈ ਜੀ, ਜਿਹੜੀ ਏਅਰ ਟ੍ਰੈਫਿਕ ਹੈ, ਰਾਕਟਸ ਨੇ, ਐਰੋਪਲੇਨਸ ਨੇ, ਹੈਲੀਕਾਪਟਰਸ ਨੇ ਜੀ, ਉਹ ਇੱਕ ਮੇਨ ਇਹਦਾ ਹੈਗਾ ਕਾਰਨ। ਤੇ ਦੂਸਰਾ ਇੱਕ ਮੇਨ ਕਾਰਨ ਜਿਹੜੇ ਸਾਡੇ ਫੋਸਿਲ ਫਿਊਲ ਦਾ ਬਰਨ ਹੈ। ਫੋਸਿਲ ਫਿਊਲ, ਉਹ ਫਿਊਲ ਜਿਹੜਾ ਪੁਰਾਣੇ ਫੋਸਿਲਸ ਤੋਂ ਲੈਂਦੇ ਆਪਾਂ, ਧਰਤੀ ਦੱਬਿਆ ਹੋਇਆ ਜਿਹੜਾ ਮੇਨ ਸੋਰਸ ਜਿਹੜਾ ਸਾਡੇ ਕੋਲ ਫਿਊਲ, ਉਹ ਫੋਸਿਲ ਫਿਊਲ ਹੀ ਹੈ, ਜਿਹਨੂੰ ਅਸੀਂ ਪੈਟਰੋਲੀਅਮ ਕਹਿੰਦੇ ਹਾਂ, ਕਾਲਾ ਤੇਲ ਕਹਿੰਦੇ ਹਾਂ, ਜਿੱਥੋਂ ਪੈਟਰੋਲ, ਡੀਜ਼ਲ, ਕੈਰੋਸਿਨ ਆਇਲ ਵਗੈਰਾ ਵਗੈਰਾ ਬਣਦਾ ਹੈ ਜੀ। ਸੋ ਜਿਹੜਾ ਫੋਸਿਲ ਫਿਊਲ ਹੈ, ਜਦੋਂ ਇਹਨੂੰ ਅਸੀਂ ਬਰਨ ਕਰਦੇ ਹਾਂ ਅਤੇ ਉਹਦੇ ਨਾਲ ਵੀ ਏਅਰ ਪੋਲਿਊਸ਼ਨ ਹੁੰਦਾ। ਜਿਹੜੇ ਉੱਤੋਂ ਬਰਨ ਕਰਨ ਤੋਂ ਬਾਅਦ ਜਿਹੜੇ ਮਟੀਰੀਅਲ ਪੈਦਾ ਹੁੰਦੇ ਨੇ, ਜਿਹੜੇ ਉਹਦੇ ਬਾਏ ਪ੍ਰੋਡਕਟ, ਜਿਹੜੀ ਗੈਸਿਸ ਪੈਦਾ ਹੁੰਦੀਆਂ ਨੇ, ਹਵਾ 'ਚ ਮਿਲਦੀਆਂ ਨੇ, ਅਤੇ ਉਹ ਬਹੁਤ ਮਾਤਰਾ ਦੇ ਵਿੱਚ ਪੋਲਿਊਸ਼ਨ ਕਰਦੀਆਂ ਨੇ ਜੀ। ਅਤੇ ਇਸ ਤੋਂ ਬਾਅਦ ਜਿਹੜੇ ਸਾਡੇ ਨੈਚੁਰਲ ਰਿਸੋਰਸਿਸ ਨੇ, ਜਿਵੇਂ ਕਿ ਕੋਲਾ ਜਾਂ ਆਪਣੀ ਲੱਕੜੀ ਹੈਗੀ ਹੈ, ਜਿਹਨੂੰ ਤੁਸੀਂ ਟਰੈਡੀਸ਼ਨਲ ਮੈਥਡ ਕਹਿ ਸਕਦੇ ਆ ਜੀ, ਉਹਨਾਂ ਨਾਲ ਵੀ, ਉਹਨਾਂ ਨੂੰ ਜਲਾਉਂਦੇ ਆਪਾਂ, ਕਿਉਂਕਿ ਬਹੁਤ ਸਾਰੀ ਆਬਾਦੀ ਹਿੰਦੁਸਤਾਨ 'ਚ, ਬਹੁਤ ਸਾਰੀ ਆਬਾਦੀ ਹੱਲੇ ਵੀ ਹਰੇਕ ਕੋਲ ਗੈਸ ਦੇ ਚੁੱਲ੍ਹੇ ਨਹੀਂ ਪਹੁੰਚੇ ਜੀ ਜੀ ਜੀ। ਸੋ ਉਹਨਾਂ ਨੂੰ ਪੁਰਾਣੇ ਤਰੀਕੇ ਉਹਨਾਂ ਨੇ ਰੱਖੇ ਆ ਜੀ 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 ਜੀ। ਅਤੇ ਉਹਨੂੰ ਜਲਾਉਣ ਨਾਲ ਵੀ ਬਹੁਤ ਮਾਤਰਾ 'ਚ ਪੋਲਿਊਸ਼ਨ ਫੈਲਦਾ।
ਫਿਰ ਟ੍ਰੈਫਿਕ ਜਿਹੜੀ ਹੈਗੀ ਹੈ, ਇੰਨੀਆਂ ਗੱਡੀਆਂ ਵੱਧ ਗਈਆਂ ਨੇ। ਬਿਲਕੁਲ। ਠੀਕ ਹੈ, ਅੱਜ ਕੱਲ ਇੱਕ ਘਰ 'ਚ ਜੇ 5 ਜੀ ਨੇ ਕੀਆਂ ਨੇ ਤਾਂ ਹਰੇਕ ਨੇ ਗੱਡੀ ਰੱਖੀ ਹੋਈ ਹੈ ਆਪਣੇ ਕੋਲ। ਬਿਲਕੁਲ 2 ਵੀਲਰਸ 4 ਵੀਲਰਸ ਸੜਕਾਂ 'ਤੇ ਭੱਜੇ ਫਿਰਦੇ ਆ। ਸੋ ਉਹਨਾਂ ਨਾਲ ਟ੍ਰੈਫਿਕ ਦੀ ਸਮੱਸਿਆ ਤਾਂ ਹੈ ਹੀ ਹੈ ਜਿਹੜੀ, ਬਟ ਉਹ ਏਅਰ ਪੋਲਿਊਸ਼ਨ ਵੀ ਕਰਦੀ ਹੈ। ਯਾਨੀ ਤੁਸੀਂ ਜਿਹੜੀ ਚਰਚਾ ਦੇ ਵਿੱਚ ਗੱਲ ਨੂੰ ਧਿਆਨ ਜਿਹੜਾ ਉਹ 'ਤੇ ਲੈ ਕੇ ਆਂਦਾ ਹੈ, ਉਹ ਇਹ ਹੈ ਕਿ ਆਪਾਂ ਕਾਰਨ ਦੀ ਪੜਚੋਲ ਕਰ ਰਹੇ ਹਾਂ। ਬਿਲਕੁਲ, ਕਿ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਪ੍ਰਦੂਸ਼ਣ ਹਵਾ ਦੇ ਵਿੱਚ ਫੈਲ ਰਿਹਾ ਹੈ, ਬਿਲਕੁਲ ਸਾਹ ਲੈਣ ਜੋਗੀ ਨਹੀਂ ਰਹੀ, ਜ਼ਹਿਰੀਲੀ ਹੋ ਗਈ। ਇਸ ਤੋਂ ਇਲਾਵਾ ਇੰਡਸਟਰੀਜ਼, ਫੈਕਟਰੀਆਂ ਜਿਹੜੀਆਂ ਨੇ ਜੀ, ਉਹਨਾਂ ਦਾ ਧੂੰਆਂ, ਜਿਹੜੇ ਆਪਣੇ ਉਦਯੋਗਿਕ ਖੇਤਰ ਨੇ, ਤੁਸੀਂ ਦੇਖਿਆ ਹੋਣਾ ਦਿੱਲੀ ਦੇ ਲਾਗੇ ਗੁੜਗਾਉਂ, ਫਰੀਦਾਬਾਦ, ਨੋਇਡਾ ਜਾਂ ਚੰਡੀਗੜ੍ਹ ਦੇ ਨੇੜੇ ਆਪਣਾ ਬੱਦੀ ਬਰੋਟੀ ਵਾਲਾ ਨਾਲਾਗੜ੍ਹ, BVN ਜਿਹਨੂੰ ਆਪਣਾ ਖੇਤਰ ਕਹਿੰਦੇ ਆ ਜੀ, ਜਾਂ ਇਸ ਤਰ੍ਹਾਂ ਦੀ ਹੋਰ ਲੁਧਿਆਣੇ ਦੇ ਕੋਲ ਇੰਡਸਟਰੀਅਲ ਜ਼ੋਨ ਹੈ ਜਿਹੜਾ। ਸੋ ਉਹ ਵੀ ਇਹਦਾ ਇੱਕ ਬਹੁਤ ਵੱਡਾ ਕਾਰਨ ਹੈ ਏਅਰ ਪੋਲਿਊਸ਼ਨ ਦਾ। ਜੀ, ਇਸ ਤੋਂ ਇਲਾਵਾ ਜਿਹੜੇ ਸਾਡੇ ਐਰੋਸੋਲਸ ਹੁੰਦੇ ਨੇ, ਜਿਹੜੇ ਅਸੀਂ ਆਮ ਲੋਕੀ ਯੂਜ਼ ਕਰਦੇ ਨੇ, ਏਸੀ ਦੀ ਜਿਹੜੀ ਬਾਇਓ ਪ੍ਰੋਡਕਟ ਹਵਾ ਏਸੀ 'ਚ ਯੂਜ਼ ਕਰਨ ਵਾਲੀ ਜਿਹੜੀ ਗੈਸ ਹੈ, ਫਰੀਜ਼ਰ ਦੀ ਗੈਸ ਹੈ ਜੀ, ਫਿਰ ਪੇਂਟਸ ਨੇ, ਵਾਰਨਿਸ਼ ਨੇ, ਹੇਅਰ ਸਪਰੇ ਹੈਗਾ, ਹੇਅਰ ਡਾਈਸ ਹੈਗੀਆਂ ਨੇ। ਅੱਛਾ, ਇਹ ਸਾਰਾ ਕੁਝ ਹੀ ਇਹ 'ਚ ਜੋੜ ਮੇਲਾ ਬਣਾ ਦਿੰਦਾ ਇਹਦਾ। ਬਿਲਕੁਲ ਬਿਲਕੁਲ। ਉਹਨਾਂ 'ਚੋਂ ਜਿਹੜੇ ਬੜੀ ਛੋਟੀ ਮਾਤਰਾ ਦੇ ਵਿੱਚ ਜਿਹੜੇ ਉਹ ਛੋਟੇ ਛੋਟੇ ਕਣ ਨਿਕਲਦੇ ਨੇ, ਉਹ ਜਿਹੜੇ ਹਵਾ ਦੇ ਵਿੱਚ ਮਿਕਸ ਹੁੰਦੇ ਨੇ, ਉਹ ਵੀ ਪੋਲਿਊਸ਼ਨ ਕਰਦੇ ਨੇ। ਇਸ ਤੋਂ ਇਲਾਵਾ ਬਾਇਓ ਫਰਟੀਲਾਈਜ਼ਰਸ ਜਿਹੜੇ ਹੈਗੇ ਨੇ, ਜਾਂ ਵੈਸੇ ਕੈਮੀਕਲ ਫਰਟੀਲਾਈਜ਼ਰਸ ਜਿਹੜੇ ਅਸੀਂ ਖੇਤਾਂ ਦੇ ਵਿੱਚ ਯੂਜ਼ ਕਰਦੇ ਹਾਂ ਜਾਂ ਸਪਰੇ ਕਰਦੇ ਹਾਂ ਸਬਜ਼ੀਆਂ 'ਤੇ ਜਾਂ ਹੋਰ ਜੀ, ਆਪਣੇ ਫਾਰਮ ਹਾਊਸਿਸ ਦੇ ਵਿੱਚ ਫਸਲਾਂ ਦੇ ਉੱਤੇ, ਉਹ ਵੀ ਏਅਰ ਪੋਲਿਊਸ਼ਨ ਵਧਾਉਂਦੇ ਨੇ। ਅਤੇ ਸਭ ਤੋਂ ਜਿਹੜੀ ਮੇਨ ਗੱਲ ਇੱਥੇ ਮੈਂ ਕਹਿਣੀ ਚਾਹੂੰਗਾ, ਜਿਹਨੂੰ ਅਸੀਂ ਕਹਿੰਦੇ ਹਾਂ ਡੀਫੋਰੈਸਟੇਸ਼ਨ, ਜਿਹੜੀ ਕਿ ਅੱਜ ਕੱਲ੍ਹ ਬੜੀ ਹੀ ਜੰਗਲ ਵੱਢੇ ਗਏ ਸਾਰੇ, ਧੜੱਲੇ ਨਾਲ ਹੋ ਰਹੀ ਹੈ, ਬੜੀ ਹੀ ਧੜੱਲੇ ਨਾਲ ਹੋ ਰਹੀ ਜਿਹੜੀ ਡੀਫੋਰੈਸਟੇਸ਼ਨ ਜੀ। ਉਹ ਤੁਸੀਂ ਦੇਖਿਆ ਹੋਣਾ ਕਿ ਫੋਰੈਸਟ ਕਵਰ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਘਟ ਗਿਆ, ਜਿਹੜਾ ਗ੍ਰੀਨ ਕਵਰ ਹੈ। ਅਤੇ ਉਹ ਡੀਫੋਰੈਸਟੇਸ਼ਨ ਜਿਹੜੀ ਹੈ ਉਹ ਇਸ ਚੀਜ਼ ਬਹੁਤ ਵਾਧਾ ਕਰ ਰਹੀ ਹੈ, ਕਿਉਂਕਿ ਤੁਸੀਂ ਸੁਣਿਆ ਹੋਣਾ ਕਿ ਜਿਹੜੇ ਪੇੜ ਨੇ ਉਹ ਆਕਸੀਜਨ ਦਿੰਦੇ ਨੇ। ਬਿਲਕੁਲ, ਉਹ ਹਵਾ ਨੂੰ ਸ਼ੁੱਧ ਕਰ ਦਿੰਦੇ। ਹਾਂ, ਅਤੇ ਇਹ ਕਾਰਬਨ ਡਾਈਆਕਸਾਈਡ ਲੈਂਦੇ ਨੇ। ਕਾਰਬਨ ਡਾਈਆਕਸਾਈਡ ਲੈ ਕੇ ਆਕਸੀਜਨ ਬਦਲੇ 'ਚ ਦਿੰਦੇ ਨੇ। ਅਤੇ ਕਾਰਬਨ ਡਾਈਆਕਸਾਈਡ ਜਿਹੜੀ ਹੈ ਉਹ ਇੱਕ ਮੇਨ ਸੋਰਸ ਹੈ ਪੋਲਿਊਸ਼ਨ ਦਾ, ਏਅਰ ਪੋਲਿਊਸ਼ਨ। ਉਹ ਮੈਂ ਤੁਹਾਨੂੰ ਅੱਗੇ ਦੱਸਦਾ ਕਿ ਕਿਹੜੀ ਕਿਹੜੀ ਗੈਸਾਂ ਏਅਰ ਪੋਲਿਊਸ਼ਨ ਦਾ ਸੋਰਸ ਨੇ। ਮੈਂ ਉਹੀ ਉੱਤੇ ਗੱਲ 'ਤੇ ਆ ਰਿਹਾ ਸੀਗਾ ਕਿ ਜਦੋਂ ਆਪਾਂ ਪੜ੍ਹਦੇ ਹਾਂ ਜਾਂ ਪੜ੍ਹਾਉਂਦੇ ਹਾਂ ਤਾਂ ਉਹ 'ਚ ਇਹ ਗੱਲ ਆਉਂਦੀ ਹੈ ਕਿ ਜਿਹੜੇ ਰੁੱਖ ਨੇ, ਜਿੰਨੀ ਵੀ ਬਨਸਪਤੀ ਆ, ਇਹ ਸਾਰੀ ਆਕਸੀਜਨ ਦੇ ਉਹਨਾਂ ਦੀ ਖੁਰਾਕ ਆ, ਅਤੇ ਬਦਲੇ ਵਿੱਚ ਸਾਨੂੰ ਜਿਹੜੀ ਆ ਕਾਰਬਨ ਉਹਨਾਂ ਦੀ ਖੁਰਾਕ ਆ, ਅਤੇ ਆਕਸੀਜਨ ਸਾਨੂੰ ਦਿੰਦੇ ਨੇ। ਲੇਕਿਨ ਹਵਾ ਦੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹੋਰ ਵੀ ਬਹੁਤ ਸਾਰੀਆਂ ਗੈਸਿਜ਼ ਨੇ, ਕਿ ਜਿਹੜੇ ਰੁੱਖ ਆ ਉਹ ਬਾਕੀ ਗੈਸਿਜ਼ ਨੂੰ ਵੀ ਜਿਹੜੇ ਆ ਉਹ ਜਿਹੜੇ ਪ੍ਰੋਸੈਸ 'ਚ ਲੈ ਕੇ ਆਉਂਦੇ ਆ, ਜਾਂ ਇਕੱਲੀ ਆਕਸੀਜਨ ਹੀ ਉਹ ਦੂਜੀ ਚੁੱਕਦੇ ਆ, ਕਾਰਬਨ ਜਿਹੜੀ ਤਾਂ ਮੇਨ ਇਹਨਾਂ ਦੀ ਭੋਜਨ ਬਣਾਉਣ ਦੀ ਫੋਟੋਸਿੰਥੇਸਿਸ ਦੀ ਕਿਰਿਆ, ਉਹਦੇ 'ਚ ਤੇ ਕਾਰਬਨ ਡਾਈਆਕਸਾਈਡ ਹੀ ਯੂਟੀਲਾਈਜ਼ ਕਰਦੇ ਨੇ ਅਤੇ ਆਕਸੀਜਨ ਦਿੰਦੇ ਨੇ। ਬਟ ਵੈਸੇ ਹੋਰ ਜਿਹੜੀਆਂ ਗੈਸਾਂ ਮਿਨਿਊਟ ਜਾਂ ਮਾਈਨਰ ਕੁਆਂਟਿਟੀ ਦੇ ਵਿੱਚ, ਜਾਂ ਕੈਮੀਕਲਸ, ਮੀਥੇਨ ਜਾਂ ਮੋਨੋਆਕਸਾਈਡ ਜਾਂ ਅਮੋਨੀਆ ਪ੍ਰੋਡਕਟਸ, ਨਾਈਟ੍ਰੋਜਨ ਪ੍ਰੋਡਕਟਸ, ਉਹ ਨਾਈਟ੍ਰੋਜਨ ਆਕਸਾਈਡ, ਡਾਈਆਕਸਾਈਡ, ਉਹਨਾਂ ਦਾ ਵੀ ਥੋੜ੍ਹੀ ਮਾਤਰਾ ਦੇ ਵਿੱਚ ਪੇੜਾਂ ਦੇ ਨਾਲ ਸੰਬੰਧ ਹੈਗਾ ਅਤੇ ਆਦਾਨ ਪ੍ਰਦਾਨ ਹੁੰਦਾ ਹੈ। ਜੀ ਜੀ। ਇਸ ਤੋਂ ਬਾਅਦ ਜਿਹੜੀ ਇਹ ਡੀਫੋਰੈਸਟੇਸ਼ਨ 'ਤੇ ਤੁਹਾਨੂੰ ਪਤਾ, ਕਿਉਂਕਿ ਸ਼ਾਇਰ ਵੀ ਹਾਂ ਮੈਂ, ਬਦਨਸੀਬ ਨਾਮ ਨਾਲ। ਜੀ ਦੋਸਤੋ, ਡਾਕਟਰ ਵਿਸ਼ਾਲ ਧਰਵਾਲ ਜੀ ਬਦਨਸੀਬ ਦੇ ਨਾਮ ਦੇ ਨਾਲ ਸ਼ਾਇਰੀ, ਬਹੁਤ ਵਧੀਆ ਸ਼ਾਇਰੀ ਕਰਦੇ ਨੇ। ਜੀ ਜੀ, ਅੱਜ ਸੁਣਾਂਗੇ ਵੀ ਅਸੀਂ ਉਹਨਾਂ ਤੋਂ। ਡੀਫੋਰੈਸਟੇਸ਼ਨ ਤੋਂ ਮੈਨੂੰ ਸ਼ੇਰ ਯਾਦ ਆ ਗਿਆ, ਮਸ਼ਹੂਰ ਹੈ ਕਿ ਪੁਰਾਣਾ वृक्ष काटने आए हैं कुछ लोग गांव में बैठे हैं। आहा। पुराना वृक्ष काटने आए हैं कुछ लोग गांव में बैठे हैं, अभी धूप बहुत है कह के उसकी छाँव में बैठे हैं। आहा, क्या बता। ते एक किड्डी बड़ी आयरोनी है। जी जी। सो एक डिफोरेस्टेशन। ਤੇ ਇਸ ਤੋਂ ਇਲਾਵਾ ਸਿਗਰਟ ਸਮੋਕਿੰਗ, ਜਿਹੜੀ ਸਮੋਕਿੰਗ, ਹੁੱਕਾ ਜਾਂ ਇਹ ਚੀਜ਼ਾਂ ਹੈਗੀਆਂ ਨੇ, ਧੂੰਆਂ ਜੀ, ਉਹ ਵੀ ਡਾਇਰੈਕਟਲੀ ਔਰ ਇਨਡਾਇਰੈਕਟਲੀ, ਗਾਹੇ ਬਗਾਹੇ ਪੋਲਿਊਸ਼ਨ ਦੇ ਵਿੱਚ ਆ ਜਾਂਦਾ, ਭੂਮਿਕਾ ਨਿਭਾਉਂਦਾ। ਜੀ ਜੀ ਜੀ। ਤੇ ਇੱਕ ਹੋਰ ਇਹਦੇ 'ਚ ਮੈਂ ਕਹਿਣਾ ਸੀ, ਜਿਹੜੇ ਨਿਊਕਲੀਅਰ ਵੈਪਨਸ ਬਣਾ ਲਏ ਨੇ ਇਨਸਾਨ ਨੇ, ਜਾਂ ਆਪਣੇ ਗਨ ਪਾਊਡਰ ਹੈ, ਬੰਬਸ ਨੇ, ਇਹ ਟੌਕਸਿਕ ਗੈਸਿਸ ਸਾਰੇ ਛੱਡਦੇ ਨੇ, ਇਹ ਵੀ ਇੱਕ ਪੋਲਿਊਸ਼ਨ ਦਾ ਸੋਰਸ ਨੇ। ਜੇ ਕਿਤੇ ਕਿਸੇ ਖਿੱਤੇ 'ਚ ਵਾਰ ਲੱਗੀ ਹੋਈ ਹੈ, ਬੈਟਲ ਹੋ ਰਹੀ ਹੈ, ਤਾਂ ਉਹਦਾ ਅਸਰ ਲਗਭਗ ਮੈਨੂੰ ਲੱਗਦਾ ਸਾਰੇ ਖਿੱਤੇ 'ਤੇ ਜਾਂ ਸਾਰੀ ਧਰਤੀ 'ਤੇ ਹੀ। ਬਿਲਕੁਲ। ਤੁਸੀਂ ਦੇਖਿਆ ਅੱਜ ਕੱਲ੍ਹ ਰਸ਼ੀਆ
ਔਰ ਯੂਕਰੇਨ ਦਾ ਜਿਹੜੀ ਮੌਜੂਦਾ ਜੰਗ ਚੱਲ ਰਹੀ ਹੈ ਜੀ। ਤੇ ਆਲਮੋਸਟ ਯੂਕਰੇਨ ਨੂੰ ਮਤਲਬ ਤਬਾਹ ਹੀ ਹੋ ਗਿਆ ਔਰ ਜੀ, ਜੀ, ਜੀ। ਉੱਥੇ ਬਹੁਤ ਸਾਰੀਆਂ ਮਿਜ਼ਾਈਲਸ ਔਰ ਉੱਥੇ ਅਟੈਕ ਹੋਏ ਨੇ ਤੇ ਨੈਚੁਰਲੀ ਉੱਥੇ ਦਾ ਜਿਹੜਾ 에ਅਰ ਕੁਆਲਿਟੀ ਇੰਡੈਕਸ ਜਾਂ ਪੋਲਿਊਸ਼ਨ ਬਹੁਤ ਜ਼ਿਆਦਾ ਹੋਏਗਾ ਇਸ ਵੇਲੇ। ਜਿਹੜਾ AQI ਜਾਂ 에ਅਰ ਕੁਆਲਿਟੀ ਇੰਡੈਕਸ ਦੀ ਆਪਾਂ ਗੱਲ ਕਰਦੇ ਆ, ਇਹਦਾ ਪੈਮਾਨਾ ਕਿਵੇਂ ਕੰਮ ਇਹਦਾ ਕਰਦਾ ਹੈ? ਪੈਮਾਨਾ ਸਰ 0 ਤੋਂ 50, 100, 150, 200, 300, 400, 500 ਇਸ ਤਰ੍ਹਾਂ ਇਹਦੀ ਨੰਬਰਿੰਗ ਕੀਤੀ ਗਈ ਹੈ। 0 ਤੋਂ 500 ਤੱਕ। ਹਾਂ, AQI ਮੀਨ 에ਅਰ ਕੁਆਲਿਟੀ ਇੰਡੈਕਸ, ਤੇ 0 ਤੋਂ 50 ਤੱਕ ਜੇ ਇਹਦਾ ਪੈਮਾਨਾ ਹੋਵੇ ਤਾਂ ਉਹਨੂੰ ਅਸੀਂ ਵੈਰੀ ਗੁੱਡ, ਬੜੀ ਅੱਛੀ ਸਮਝਦੇ ਹਾਂ ਕਿ Healthy ਬਹੁਤ ਹੈ। ਅੱਛੀ ਹਵਾ ਹੈਗੀ ਹੈ। ਇਹ ਸਿਹਤਮੰਦ। ਜਿਹੜਾ ਇੰਡੈਕਸ ਹੈ ਬਹੁਤ ਅੱਛਾ। 50 ਤੋਂ 100 ਦੇ ਵਿੱਚ ਆਪਾਂ ਕਹਿੰਦੇ ਹਾਂ ਵੀ ਚਲੋ ਥੋੜ੍ਹਾ ਜਿਹਾ ਫੇਅਰ ਹੈ, ਮਤਲਬ ਬਹੁਤ ਜ਼ਿਆਦਾ ਅੱਛਾ ਤਾਂ ਨਹੀਂ, ਪਰ ਉਸ ਤੋਂ ਥੋੜ੍ਹਾ ਜਿਹਾ ਇੱਕ ਸਟੈਪ ਥੱਲੇ ਹੈ। ਪੋਲਿਊਟਡ ਹੋਣੀ ਸ਼ੁਰੂ ਹੋ ਗਈ। ਹਾਂਜੀ, ਤੇ 100 ਤੋਂ 200 ਤੱਕ ਅਸੀਂ ਉਹਨੂੰ ਤੇ ਫਿਰ ਪੋਲਿਊਟਡ ਮੰਨਾਂਗੇ, ਔਰ 200 ਤੋਂ ਉੱਪਰ 200 ਤੋਂ ਲੈ ਕੇ 500 ਤੱਕ ਤੇ ਅਸੀਂ ਫਿਰ ਅੱਗੇ ਵੈਰੀ ਪੋਲਿਊਟਡ ਤੇ ਫਿਰ ਡੇਂਜਰਸ ਲੈਵਲ ਦੀ ਪੋਲਿਊਟਡ ਜ਼ਹਿਰ ਹੀ ਹੋ ਗਿਆ, ਕਿਸ ਬਿਲਕੁਲ। ਤਰ੍ਹਾਂ ਕਰਾਂਗੇ ਜੇ ਉਹ ਮਤਲਬ ਸਾਹ ਲੈਣ ਜੋਗੀ ਨਹੀਂ ਉਹਨੂੰ ਕਹਿ ਸਕਦੇ ਆਪਾਂ। ਜੀ ਜੀ। ਸੋ ਇਹ ਸਾਰੇ ਜਿਹੜੀਆਂ ਤੁਹਾਨੂੰ ਦੱਸੇ ਨੇ ਮੈਂ, ਟ੍ਰੈਫਿਕ ਤੋਂ ਲੈ ਕੇ ਇੰਡਸਟਰੀਜ਼ ਤੋਂ ਲੈ ਜੀ ਕੇ ਜੀ ਜੀ ਬਿਲਕੁਲ। ਤੇ ਆਪਣੇ ਐਰੋਪਲੇਨਸ ਐਂਡ ਨਿਊਕਲੀਅਰ ਵੈਪਨਸ ਤੋਂ ਲੈ ਕੇ ਸਾਰੇ ਮੈਨ ਮੇਡ ਸੋਰਸਿਸ ਨੇ ਪੋਲਿਊਸ਼ਨ ਦੇ। ਇੱਕ ਤੁਸੀਂ ਕਿਹਾ ਸੀ ਕੁਦਰਤੀ ਵੀ ਹੈਗੇ ਆ, ਉਹ ਕੁਦਰਤੀ ਕਿਹੜੇ? ਪੋਲਿਊਸ਼ਨ ਵੀ ਹੈਗੀ ਹੈ। ਉਹ ਕੁਦਰਤੀ ਸੋਮੇ ਨੇ, ਉਹਨਾਂ ਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ ਕਿਉਂਕਿ ਉਹ ਸਾਡੇ ਮਤਲਬ ਇਨਸਾਨਾਂ ਦੇ ਕੰਟਰੋਲ ਤੋਂ ਬਾਹਰ ਨੇ, ਲੇਕਿਨ ਜੀ ਉਹਨਾਂ ਦਾ ਜਿਹੜੀ ਭੂਮਿਕਾ ਉਹ ਘੱਟ ਹੈ। ਉਹ ਬਹੁਤ ਜ਼ਿਆਦਾ ਮਾਤਰਾ 'ਚ ਪੋਲਿਊਸ਼ਨ ਨਹੀਂ ਫੈਲਾਉਂਦੇ। ਉਹ ਦੱਸਣਾ ਤੁਹਾਨੂੰ ਉਹਨਾਂ ਸੋਮਿਆਂ ਵਿੱਚੋਂ ਜਿੱਦਾਂ ਕੋਈ ਵੋਲਕੈਨੋਸ ਨੇ, ਜਵਾਲਾਮੁਖੀ ਜੀ ਫਟਦੇ ਜੀ ਨੇ, ਜੀ 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 ਬਿਲਕੁਲ। ਠੀਕ ਹੈ, ਉਹ ਉਹਨਾਂ 'ਚੋਂ ਵੀ ਗੈਸਿਸ ਨਿਕਲਦੀਆਂ। ਫੋਰੈਸਟ ਫਾਇਰ ਹੋ ਜਾਂਦੀ ਆ। ਹਾਂ, ਫਰਸਟ ਜਿਹੜੀ ਨੈਚੁਰਲ ਫਰਸਟ ਫਾਇਰ ਹੈ ਉਹ ਵੀ ਕੁਦਰਤੀ ਹੈਗੇ, ਜਾਂ ਫਿਰ ਇੱਕ ਜਿਵੇਂ ਜਿਹੜੇ ਤੁਹਾਡੇ ਰੇਡੀਓ ਐਕਟਿਵ, ਰੇਡੀਓ ਧਰਮੀ ਪਦਾਰਥ ਜਿਹੜੇ ਧਰਤੀ ਤੇ ਹੈਗੇ ਨੇ, ਉਹ ਜੀ, ਜੀ, ਜੀ। ਆਪਣੀ ਰੈਡੋਨ ਗੈਸ ਛੱਡਦੇ ਨੇ। ਜੀ। ਉਹ ਵੀ ਇੱਕ ਰੈਡੋਨ ਵੀ ਇੱਕ ਕੈਂਸਰ ਦਾ ਕਾਰਨ ਹੈ, ਪੋਲਿਊਸ਼ਨ ਕਰਦੀ ਹੈ, ਪਰ ਉਹ ਨੈਚੁਰਲੀ ਉਹਨਾਂ 'ਚੋਂ ਸਲੋਲੀ ਰੇਡੀਓ ਐਕਟੀਵਿਟੀ ਨਾਲ ਉਹਨਾਂ ਦੇ ਉਹ ਨਿਕਲਦੇ ਰਹਿੰਦੇ ਨੇ। ਤਾਂ ਵੀ ਮਤਲਬ ਕੁਦਰਤ ਨੂੰ ਇਨਸਾਨਾਂ ਨੇ ਪਿੱਛੇ ਛੱਡਿਆ ਹੋਇਆ ਪ੍ਰਦੂਸ਼ਣ ਫੈਲਾਉਣ 'ਚ। ਬਿਲਕੁਲ ਜੀ, ਬਿਲਕੁਲ। ਇਨਸਾਨ ਨੂੰ ਕਿਤੇ ਵੀ ਚੈਨ ਨਹੀਂ ਹੈ। ਇੰਡਸਟਰੀ ਇਹਦੇ 'ਚ ਵੱਡੇ ਪੱਧਰ ਤੇ ਕਰ ਰਹੀ ਹੈ ਕੰਮ, ਤੇ ਬਾਕੀ ਤਾਂ ਜੋ ਹੈ ਹੀ ਹੈ। ਕੁਦਰਤੀ ਸੋਮਿਆਂ 'ਚ ਮੀਥੇਨ ਗੈਸ, ਜਿਹੜੇ ਕੁਝ ਜਾਨਵਰ ਨੇ ਉਹ ਜਿਹੜੇ ਜੁਗਾਲੀ ਕਰਦੇ ਜਾਂ ਡਾਈਜੈਸ਼ਨ ਕਰਦੇ ਨੇ, ਉੱਥੋਂ ਨਿਕਲਦੀ ਹੈ, ਉਹ ਵੀ ਇਹਦੇ 'ਚ ਭੂਮਿਕਾ ਨਿਭਾਉਂਦੀ ਹੈ। ਜੀ। ਔਰ ਇੱਕ ਜਿਹੜੇ ਵਾਸਟ ਮਤਲਬ ਖੁੱਲ੍ਹੇ ਵੱਡੇ ਮੈਦਾਨ ਨੇ, ਜਿਵੇਂ ਰੇਤ ਦੇ ਮੈਦਾਨ ਨੇ, ਜਾਂ ਉੱਥੇ ਉਹ ਜਿਹੜੇ ਸੈਂਡ ਡਿਊਨਸ, ਹਵਾ ਆਪਣੇ ਰੇਤੀਲੇ ਜਿਹੜੇ ਤੂਫਾਨ ਆਉਂਦੇ ਨੇ, ਉਹ ਵੀ ਮਿੱਟੀ ਘੱਟਾ ਹਾਂ, ਮਿੱਟੀ ਘੱਟਾ ਡਸਟ ਨੂੰ ਜਿਹੜੀ ਹੈ, ਉਹ ਜਿਹੜੇ ਲਾਰਜ ਏਰੀਆਜ਼ ਹੈਗੇ ਨੇ, ਖਾਲੀ ਏਰੀਆਜ਼, ਉੱਥੋਂ ਜਿਹੜੀ ਡਸਟ ਹੈ ਉਹ ਵੀ ਹਵਾ 'ਚ ਮਿਲਦੀ ਹੈ। ਇਹ ਨੈਚੁਰਲ ਸੋਰਸਿਸ ਨੇ। ਇਸ ਤੋਂ ਬਾਅਦ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੀਆਂ ਹਵਾਵਾਂ ਦੇ ਵਿੱਚ ਜਿਹੜੀਆਂ ਗੈਸਾਂ ਮਿਕਸਅਪ ਹੁੰਦੀਆਂ ਨੇ, ਜਿਹੜੀਆਂ ਪੋਲਿਊਸ਼ਨ ਦਾ ਮੇਨ ਕਾਰਨ ਬਣਦੀਆਂ ਨੇ, ਉਹਨਾਂ 'ਚ ਮੇਨ ਤੁਹਾਨੂੰ ਮੈਂ ਪਹਿਲੇ ਦੱਸਤਾ ਕਿ ਕਾਰਬਨ ਡਾਈਆਕਸਾਈਡ ਹੈ ਜੀ ਜਿਹੜੀ ਇੱਕ ਬਹੁਤ ਵੱਡਾ ਸੋਰਸ ਹੈ ਇਹਦਾ ਪੋਲਿਊਸ਼ਨ ਦਾ। ਜੀ। ਔਰ ਉਸ ਤੋਂ ਇਲਾਵਾ ਜਿਹੜੀ ਹੋਰ ਗੈਸਾਂ ਨੇ, ਉਹਦੇ 'ਚ ਕਾਰਬਨ ਦੀ ਮੋਨੋਆਕਸਾਈਡ ਹੈ। ਜਿਵੇਂ ਤੁਸੀਂ ਦੇਖਿਆ ਹੋਣਾ ਕੋਲਾ, ਜਿਹੜਾ ਅਸੀਂ ਕਹਿੰਦੇ, ਜਿੱਦਾਂ ਸਰਦੀਆਂ 'ਚ ਕਈ ਲੋਕ ਅੰਗੀਠੀ ਜਾਂ ਭੱਠੀ ਬਾਲ ਕੇ ਸੋ ਜਾਂਦੇ ਨੇ, ਉਹ ਜੀ ਬਿਲਕੁਲ। ਹਾਂ, ਉਹ ਘੱਟ ਆਕਸੀਜਨ ਨਾਲ, ਜਿਹੜੇ ਕੰਬਸ਼ਨ ਨਾਲ ਜਿਹੜਾ ਕੋਲਾ ਹੁੰਦਾ, ਉਹ ਕਾਰਬਨ ਮੋਨੋਆਕਸਾਈਡ ਪੈਦਾ ਕਰਦਾ, ਉਹ ਵੀ ਪੋਲਿਊਸ਼ਨ ਕਰਦੀ ਹੈ। ਔਰ ਵੈਸੇ ਵੀ ਉਹ ਬੜੀ ਡੇਂਜਰਸ ਹੁੰਦੀ ਹੈ, ਉਹਦੇ ਨਾਲ ਡੈਥ ਹੋ ਜਾਂਦੀ ਹੈ ਇਨਸਾਨਾਂ ਦੀ। ਬਹੁਤ ਸਾਰੀਆਂ ਖਬਰਾਂ ਆਉਂਦੀਆਂ ਸਰਦੀਆਂ 'ਚ ਕਿ ਅੰਗੀਠੀ ਲਾ ਲਈ ਅੰਦਰ ਉਹਨਾਂ ਨੇ, ਤੇ ਬਸ ਈਵਨ ਬੰਦੇ ਨੂੰ ਅਹਿਸਾਸ ਵੀ ਨਹੀਂ ਹੁੰਦਾ ਕਿ ਉਹ ਮਰ ਰਹੇ ਆ। ਹਾਂ, ਉਹ ਕਿਉਂਕਿ ਸਾਡਾ ਜਿਹੜਾ ਆਪਣਾ ਨਰਵਸ ਸਿਸਟਮ ਹੈ, ਉਹਨੂੰ ਉਹ ਅਫੈਕਟ ਕਰਦੀ ਹੈ, ਤੇ ਸਾਡੇ ਨਰਵਸ ਸਿਸਟਮ ਨੂੰ ਜਾਮ ਕਰ ਦਿੰਦੀ ਹੈ। ਇਸ ਕਰਕੇ ਇਨਸਾਨ ਦਾ ਸਰੀਰ 'ਚ ਹਰਕਤ ਬੰਦ ਹੋ ਜਾਂਦੀ। ਹਾਲਾਂਕਿ ਉਹ ਦੇਖ ਵੀ ਰਿਹਾ ਹੁੰਦਾ, ਜ਼ਿੰਦਾ ਵੀ ਹੁੰਦਾ, ਉਹਨੂੰ ਲੱਗਦਾ ਵੀ ਹੈ ਕਿ ਮੈਂ ਮਰ ਰਿਹਾ, ਲੇਕਿਨ ਉਹਦੇ ਬੋਡੀ ਦੀ ਹਰਕਤ ਖਤਮ ਹੋ ਜਾਂਦੀ। ਉਹ ਚਾਹੁੰਦਾ ਵੀ ਹੈ ਕਿ ਮੈਂ ਜਾ ਕੇ ਆਪਣਾ ਦਰਵਾਜ਼ਾ ਖੋਲ੍ਹਣਾ, ਚਟਕਣੀ ਖੋਲ੍ਹਣਾ ਉਹਦੀ, ਲੇਕਿਨ ਉਹ ਹਿੱਲ ਨਹੀਂ ਸਕਦਾ। ਸੋ ਬੜੀ ਦਰਦਨਾਕ ਮੌਤ ਹੁੰਦੀ ਹੈ। ਉਹਨੂੰ ਪਤਾ ਵੀ ਹੁੰਦਾ ਮਰ ਰਿਹਾ ਮੈਂ, ਲੇਕਿਨ ਉਹਦੇ ਬੋਡੀ ਦੀ ਹਰਕਤ ਖਤਮ ਹੋ ਚੁੱਕੀ ਹੁੰਦੀ ਹੈ। ਇਹ ਕੇਸ ਡਾਕਟਰ ਸਾਹਿਬ, ਕਈ ਵਾਰੀ ਜਿਹੜੇ ਗੀਜ਼ਰ, ਹੁਣ ਸਰਦੀਆਂ ਆ ਰਹੀਆਂ ਨੇ, ਗੀਜ਼ਰ ਕਰਕੇ ਵੀ ਇਦਾਂ ਦੀ ਘਟਨਾਵਾਂ ਵਾਪਰਦੀਆਂ ਸੁਣੀਆਂ ਨੇ ਜੀ। ਹਾਂਜੀ, ਗੀਜ਼ਰ ਕਰਕੇ ਵੀ ਇਦਾਂ ਦੀ ਘਟਨਾਵਾਂ ਹੁੰਦੀਆਂ ਨੇ। ਉਹ ਤੇ ਚਲੋ ਇੱਕ ਤੇ ਹੈਗਾ ਆਪਣੇ ਕਰੰਟ ਦੀ ਗੱਲ ਆਪਾਂ ਕਰੀਏ, ਇੱਕ ਤੇ ਵਾਟਰ ਦੇ ਵਿੱਚ ਕਰੰਟ ਆ ਸਕਦਾ ਗਾਹੇ ਵਗਾਹੇ। ਸੈਕੰਡਲੀ ਗੀਜ਼ਰ ਜਿਹੜੇ ਇਲੈਕਟ੍ਰੀਕਲ ਗੀਜ਼ਰ ਹੁੰਦੇ ਨੇ, ਲੇਕਿਨ ਇੱਕ ਗੈਸੋਲਾਈਨ ਦੇ ਨਾਲ ਵੀ ਗੀਜ਼ਰ ਚੱਲਦੇ ਨੇ। ਗੈਸੋਲਾਈਨ ਦੇ ਗੀਜ਼ਰ ਜਿਹੜੇ ਨੇ ਉਹ ਨੈਚੁਰਲੀ ਉਹੀ ਚੀਜ਼, ਜਿੱਦਾਂ ਧੂੰਆਂ, ਕੰਬਸ਼ਨ ਦਾ ਧੂੰਆਂ, ਜਿਹਦੇ 'ਚ ਕਾਰਬਨ ਡਾਈਆਕਸਾਈਡ, ਮੋਨੋਆਕਸਾਈਡ ਦੀ ਗੈਸ ਨਾਲ ਚਲਾ ਦਿੰਦੇ ਆ। ਇਹਦੇ 'ਚ ਕਈ ਵਾਰੀ ਮੋਨੋਆਕਸਾਈਡ ਆ ਜਾਂਦੀ ਹੈ, ਤੇ ਉਹ ਵੀ ਜਾਨਲੇਵਾ ਸਾਬਿਤ ਹੁੰਦੀ ਹੈ। ਇਸ ਤੋਂ ਇਲਾਵਾ ਕਾਰਬਨ ਡਾਈਆਕਸਾਈਡ ਤੇ ਮੋਨੋਆਕਸਾਈਡ ਤੋਂ ਇਲਾਵਾ ਸਲਫਰ ਡਾਈਆਕਸਾਈਡ ਤੇ ਨਾਈਟ੍ਰੋਜਨ ਆਕਸਾਈਡ ਡਾਈਆਕਸਾਈਡ, ਇਹ ਵੀ ਗੈਸਿਸ ਨੇ ਜਿਹੜੀਆਂ ਕਿ ਹਵਾ ਦੇ ਵਿੱਚ ਪ੍ਰਦੂਸ਼ਣ ਕਰਦੀਆਂ ਨੇ। ਤੇ ਸਭ ਤੋਂ ਇੰਪੋਰਟੈਂਟ ਆਉਂਦੀ ਹੈ ਆਪਣੀ
VOC, ਜਿਹਨੂੰ ਅਸੀਂ ਵੋਲਾਟਾਈਲ ਆਰਗੈਨਿਕ ਕੰਪਾਊਂਡਸ ਕਹਿੰਦੇ ਹਾਂ, VOC ਜੀ। ਵੋਲਾਟਾਈਲ ਆਰਗੈਨਿਕ ਕੰਪਾਊਂਡਸ ਉਹ ਕੰਪਾਊਂਡਸ ਨੇ ਜਿਹੜੇ ਮੀਥੇਨ ਗਰੁੱਪ ਦੇ ਹੁੰਦੇ ਨੇ, ਇੱਕ ਮੀਥੇਨ ਗਰੁੱਪ ਦੇ ਹੁੰਦੇ ਨੇ, ਇੱਕ ਨਾਨ ਮੀਥੇਨ ਗਰੁੱਪ ਦੇ ਹੁੰਦੇ ਨੇ ਜੀ। ਇਹਨਾਂ ਦੀ ਨੇਚਰ ਵੋਲਾਟਾਈਲ ਹੁੰਦੀ ਹੈ, ਯਾਨੀ ਕਿ ਇਹ ਆਪਣੇ ਆਪ ਜੇ ਆਪਾਂ ਰੱਖਾਂਗੇ ਤੇ ਵੋਲਾਟਾਈਲ ਉਹ ਮਤਲਬ ਵਸ਼ ਬਣ ਕੇ ਆਪਣੇ ਆਪ ਹਵਾ 'ਚ ਮਿਲ ਜਾਣਗੇ। ਉਹ ਸੋ ਘਾਤਕ ਨੇ ਜੀ। ਇਹਨਾਂ ਵਿੱਚ ਮੀਥਨ ਜਿਹੜੀ ਮੀਥਨ ਗਰੁੱਪ ਹੈ, ਇੱਕ ਨਾਨ ਮੀਥਨ ਗਰੁੱਪ ਹੈ। ਮੀਥਨ CH4 ਕਹਿੰਦੇ ਆ ਇਹਨੂੰ, ਆਪਣਾ ਫਾਰਮੂਲਾ ਜਿਹੜਾ ਹੈਗਾ ਜੀ। ਇਹ ਮੋਸਟ ਡੇਂਜਰਸ ਹੈ ਬਿਕੋਜ਼ ਇਹ ਗ੍ਰੀਨ ਹਾਊਸ ਇਫੈਕਟ ਜਿਹੜਾ ਹੈਗਾ ਉਹਦੇ 'ਚ ਸਭ ਤੋਂ ਜ਼ਿਆਦਾ ਵੱਡੀ ਭੂਮਿਕਾ ਇਹ ਨਿਭਾਉਂਦੀ ਹੈ। ਇਹ ਗ੍ਰੀਨ ਹਾਊਸ ਇਫੈਕਟ ਕੀ ਆ? ਗ੍ਰੀਨ ਹਾਊਸ ਇਫੈਕਟ ਮੈਂ ਤੁਹਾਨੂੰ ਇਸ ਤਰ੍ਹਾਂ ਸਮਝਾ ਸਕਦਾ ਕਿ ਆਪਣੇ ਕੁਝ ਗੈਸਾਂ ਜਿਹੜੀ ਧਰਤੀ ਦੀ ਸਤ੍ਹਾ ਤੇ ਹੈਗੀਆਂ ਨੇ ਜੀ, ਉਹ ਆਪਣੇ ਆਪ 'ਚ ਸੂਰਜ ਵੱਲੋਂ ਰੋਸ਼ਨੀ ਤੋਂ ਜਿਹੜਾ ਟੈਂਪਰੇਚਰ ਹੈ, ਤਾਪਮਾਨ ਹੈ, ਜਾਂ ਧਰਤੀ ਤੋਂ ਜਿਹੜਾ ਟੈਂਪਰੇਚਰ ਜਾ ਰਿਹਾ ਉਹਨੂੰ ਆਪਣੇ ਆਪ 'ਚ ਸੋਖ ਕੇ ਰੱਖਦੀਆਂ ਨੇ, ਫਿਲਟਰ ਕਰ ਦਿੰਦੀਆਂ ਨੇ। ਹਾਂ, ਉਹਨੂੰ ਆਪਣੇ ਆਪ 'ਚ ਟੈਂਪਰੇਚਰ, ਤਾਪਮਾਨ ਨੂੰ ਸੋਖਦੀਆਂ ਨੇ। ਤਾਪਮਾਨ, ਹਾਂਜੀ ਜੀ। ਤੇ ਇਹ ਧਰਤੀ ਦੇ ਆਲੇ ਦੁਆਲੇ ਇੱਕ ਬਲੈਂਕਟ ਬਣਾ ਕੇ ਰੱਖਦੀਆਂ ਨੇ, ਇੱਕ ਪਰਤ ਜੀ, ਜਿੱਦਾਂ ਰਜਾਈ ਦੀ ਪਰਤ ਧਰਤੀ ਨੇ ਓਢੀ ਹੋਈ ਨਾ ਗੈਸਾਂ ਦੀ, ਤੇ ਇਹ ਤਾਪਮਾਨ ਨੂੰ ਆਪਣੇ ਅੰਦਰ ਸੋਖ ਕੇ ਰੱਖਦੀਆਂ ਨੇ। ਜਦੋਂ ਇਹਨਾਂ ਦੀ ਮਾਤਰਾ ਵੱਧ ਜਾਂਦੀ ਹੈ ਜੀ ਤੇ ਤਾਪਮਾਨ ਵੀ ਵੱਧ ਜਾਂਦਾ ਹੈ। ਸੋ ਜੇ ਇਹਨਾਂ ਗੈਸਾਂ ਦੀ ਮਾਤਰਾ ਧਰਤੀ ਤੇ ਵੱਧ ਜਾਏ ਪੋਲਿਊਸ਼ਨ ਕਰਕੇ ਜੀ, ਤਾਂ ਜਿਹੜਾ ਧਰਤੀ ਦੇ ਆਲੇ ਦੁਆਲੇ ਜਿਹੜਾ ਤਾਪਮਾਨ ਹੈ ਉਹ ਵੀ ਵੱਧ ਜਾਏਗਾ, ਜਿਹਦੇ ਨਾਲ ਗਲੋਬਲ ਵਾਰਮਿੰਗ ਤੁਸੀਂ ਸੁਣੀ ਹੋਣੀ ਹੈ, ਜੀ 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 ਜੀ, ਉਹ ਹੋ ਜਾਂਦੀ ਹੈ। ਗਲੇਸ਼ੀਅਰ ਦਾ ਪਿਘਲਣਾ ਤੇ ਹੋਰ ਗਲੋਬਲ ਵਾਰਮਿੰਗ ਵਿੱਚ ਅਗਰ 4 ਤੋਂ 5 ਡਿਗਰੀ ਤਾਪਮਾਨ ਵੀ ਵੱਧ, ਵੈਸੇ ਇਹ ਗੈਸਾਂ ਕਰਕੇ ਹੀ ਧਰਤੀ ਗਰਮ ਹੈ। ਅਗਰ ਇਹ ਗੈਸਿਸ ਨਾ ਹੋਣ ਤੇ ਧਰਤੀ ਦਾ ਟੈਂਪਰੇਚਰ -15 ਤੋਂ 20 ਤੱਕ ਚਲਾ ਜਾਏ ਤੇ ਇੱਥੇ ਫਿਰ ਮਤਲਬ ਜੀਵਨ ਸੰਭਵ ਜੀਵਨ ਸੰਭਵ ਨਹੀਂ ਹੋਏਗਾ, ਜਾਂ ਮੁਸ਼ਕਿਲ ਹੋ ਜਾਏਗਾ। ਸਿਰਫ ਜਿਹੜੇ ਬਹੁਤ ਠੰਡੇ 'ਚ ਹੀ ਕੋਈ ਪੈਦਾ ਹੁੰਦੇ ਨੇ ਵਾਇਰਸ ਜਾਂ ਬੈਕਟੀਰੀਆ ਉਹੀ ਰਹਿਣਗੇ। ਬਟ ਇਹ ਗੈਸਿਸ ਕਰਕੇ ਜਿਹੜਾ ਨਾਰਮਲ ਟੈਂਪਰੇਚਰ 15 ਤੋਂ 25 ਤੱਕ ਚਲਾ ਜਾਂਦਾ। ਲੇਕਿਨ ਜਦੋਂ ਇਹਨਾਂ ਦੀ ਮਾਤਰਾ ਵੱਧ ਜਾਂਦੀ ਹੈ ਤੇ ਧਰਤੀ ਦੀ ਬਾਹਰਲੀ ਸਤਹ ਦਾ ਟੈਂਪਰੇਚਰ ਰੇਜ਼ ਹੋਣਾ ਸ਼ੁਰੂ ਹੋ ਜਾਂਦਾ, ਵਧਣਾ ਸ਼ੁਰੂ ਹੋ ਜਾਂਦਾ। ਉਹਦੇ ਅੱਗੇ ਫਿਰ ਬੜੇ ਨੁਕਸਾਨ ਨੇ, ਕਿਉਂਕਿ ਜਦੋਂ ਤਾਪਮਾਨ ਵਧਣਾ ਤੇ ਉਹ ਫਿਰ ਵੱਧਦਾ ਤਾਪਮਾਨ ਨਾਲ, ਜਿਸ ਤਰ੍ਹਾਂ ਤੁਸੀਂ ਆਪੇ ਕਿਹਾ ਕਿ ਗਲੇਸ਼ੀਅਰ, ਪਹਾੜੀਆਂ, ਜਿਹੜੀ ਬਰਫ਼ ਹੈ ਉਹ ਪਿਘਲਣੀ ਸ਼ੁਰੂ ਹੋ ਜਾਂਦੀ ਹੈ। ਉਹ ਬਰਫ਼ ਪਿਘਲੇਗੀ ਤੇ ਸਮੁੰਦਰਾਂ ਦੇ ਵਿੱਚ ਪਾਣੀ ਵੱਧ ਜਾਏਗਾ। ਸਮੁੰਦਰਾਂ ਦਾ ਪਾਣੀ ਅਗਰ ਵੱਧ ਗਿਆ 2, 4, 5 ਫੁੱਟ ਜਾਂ 10 ਫੁੱਟ, ਤਾਂ ਜਿਹੜੇ ਸਮੁੰਦਰਾਂ ਦੇ ਕਿਨਾਰੇ ਸ਼ਹਿਰ ਬਸੇ ਨੇ, ਕੋਸਟਲ ਸਿਟੀਜ਼ ਨੇ, ਉਹਨਾਂ ਦਾ ਡੁੱਬਣ ਦਾ ਖਤਰਾ ਆ ਜਾਏਗਾ, ਸੁਨਾਮੀਜ਼ ਦਾ ਖਤਰਾ ਆਏਗਾ। ਗਰਮੀਆਂ ਦੇ ਵਿੱਚ ਆਪਣੇ ਲੂ ਜ਼ਿਆਦਾ ਲੱਗੇਗੀ, ਗਰਮ ਹਵਾਵਾਂ ਜ਼ਿਆਦਾ ਚੱਲਣਗੀਆਂ, ਸਕਿਨ ਕੈਂਸਰ ਜਾਂ ਇਸ ਤਰ੍ਹਾਂ ਦੀ ਪ੍ਰੋਬਲਮ ਆਏਗੀ। ਸੋ ਔਰ ਪਾਣੀ, ਵਾਟਰ ਦੇ ਸੋਮੇ ਜਿਹੜੇ ਉਹ ਵੀ ਘਟ ਜਾਣਗੇ ਤਾਪਮਾਨ ਵਧਣ ਨਾਲ। ਜਿਹੜੀ ਬਨਸਪਤੀ ਜਾਂ ਜੀਵ ਜੰਤੂ ਉਹਨਾਂ ਨੂੰ ਮੁਸ਼ਕਿਲ ਹੋਏਗੀ। ਮੇਰਾ ਸਵਾਲ ਇਹਦੇ ਨਾਲ ਸੰਬੰਧਿਤ ਹੀ ਜੁੜਿਆ ਹੋਇਆ ਸੀਗਾ ਕਿ ਜਿਹੜੇ ਸਾਡੀ ਸਿਹਤ ਆ, ਕਿਉਂਕਿ ਸਾਰਾ ਆਪਾਂ ਇੱਕ ਵਿਊ ਦੇਖ ਲਿਆ, ਇੱਕ ਚਿੱਤਰ ਜਿਹੜਾ ਸਾਡੇ ਸਾਹਮਣੇ ਤਸਵੀਰ ਬਣ ਕੇ ਆ ਗਈ ਜਿਹੜੀ ਭਿਅੰਕਰ ਆ। ਹਾਂ, ਇਹਨੂੰ ਕੰਟਰੋਲ ਕਰਨਾ ਜ਼ਰੂਰੀ ਹੈ, ਲੇਕਿਨ ਉਦੋਂ ਪਹਿਲਾ ਸਵਾਲ ਇੱਕ ਇਹ ਵੀ ਆ ਕਿ ਸਾਡੀ ਸਿਹਤ ਉੱਤੇ ਇਹਦਾ ਕੀ ਅਸਰ ਪੈਂਦਾ, ਇਨਸਾਨੀ ਸਿਹਤ ਦੇ ਉੱਤੇ। ਇਹਨੂੰ ਮੈਂ ਇਸ ਢੰਗ ਨਾਲ ਜਵਾਬ ਦਊਂਗਾ ਕਿ ਜਦੋਂ ਇਹ ਗੈਸਾਂ ਹਵਾ 'ਚ ਮਿਲ ਗਈਆਂ ਤੇ ਇਹਨਾਂ ਨੇ ਪੋਲਿਊਸ਼ਨ ਕਰਤੀ ਤੇ ਉਹਦੇ ਨਾਲ ਕੀ ਚੇਂਜਿਸ ਆਉਣਗੇ ਪਹਿਲਾਂ, ਉਸ ਤੋਂ ਉਹਦੇ ਵਿੱਚ ਸਿਹਤ ਤੇ ਜੋ ਵੀ ਅਸਰ ਹੋਏਗਾ ਉਹ ਅਨਸਰ ਆਪਣੇ ਆਪ ਹੀ ਉੱਤਰ ਵਿੱਚ ਛੁਪਿਆ ਹੋਇਆ ਹੈ ਜੀ। ਜਿਵੇਂ ਕਿ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਕਲਾਈਮੇਟ ਚੇਂਜ ਹੋ ਸਕਦਾ, ਐਨਵਾਇਰਨਮੈਂਟ ਚੇਂਜ, ਗਰਮੀ ਵੱਧ ਗਈ। ਤੁਸੀਂ ਦੇਖਿਆ ਹੋਣਾ ਪਿੱਛੇ ਜੇ ਸੀਜ਼ਨਲ ਸਾਈਕਲ ਲੇਟ ਹੋ ਗਏ ਸੀਗੇ, ਜਿਹੜੀਆਂ ਗਰਮੀਆਂ ਲੰਬੇ ਟਾਈਮ ਤੱਕ ਰਹਿੰਦੀਆਂ ਸੀਗੀਆਂ। ਪਹਿਲਾਂ ਸਰਦੀਆਂ ਦੀ ਸ਼ੁਰੂਆਤ ਜਲਦੀ ਹੋ ਜਾਂਦੀ ਸੀ, ਮੌਸਮ 'ਚ ਕੁਝ ਮੌਸਮ ਕੀ ਹੁਣ ਗਰਮੀ ਲੰਬੇ ਟਾਈਮ ਤੱਕ ਰਹਿ ਰਹੀ ਹੈ ਜੀ। ਪੁਰਾਣੇ ਜਦੋਂ ਬਚਪਨ ਦਾ ਟਾਈਮ ਮੈਨੂੰ ਯਾਦ ਹੈ, ਜਦੋਂ ਇਹ ਦੁਸ਼ਹਿਰਾ ਦਾ ਸੀਜ਼ਨ ਹੁੰਦਾ ਸੀ, ਉਸ ਤੋਂ ਪਹਿਲਾਂ ਰਾਤ ਦੇ ਟਾਈਮ ਕੁਝ ਲੋਕ ਜਿਹੜੇ ਰਾਮਲੀਲਾ ਦੇਖਣ ਜਾਂਦੇ ਸੀ ਉਹ ਮੂੰਗਫਲੀ ਖਾਂਦੇ ਹੁੰਦੇ ਸੀ ਤੇ ਉਹ ਸ਼ਾਲ ਜਾਂ ਸਵੈਟਰ ਕੋਟੀ ਬੁੱਕਲ ਮਾਰ ਕੇ ਜਾਂਦੇ ਹੁੰਦੇ ਸੀ ਜੀ। ਬਟ ਹੁਣ ਉਹ ਚੀਜ਼ ਤੁਸੀਂ ਦੇਖਿਆ ਹੋਣਾ ਕਿ ਬਿਲਕੁਲ ਚੇਂਜ ਹੋ ਗਈ ਹੈ। ਮੂੰਗਫਲੀ ਵੀ ਗਾਇਬ ਹੈ ਤੇ ਸਵੈਟਰ ਵੀ ਗਾਇਬ ਹੈ ਜੀ। ਰਾਮਲੀਲਾ ਹੋ ਗਈ। ਹਾਂਜੀ 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 ਜੀ। ਤੇ ਫਿਰ ਇਹੀ ਚੀਜ਼ ਤੁਹਾਨੂੰ ਕਲਾਈਮੇਟ ਚੇਂਜ, ਗਲੋਬਲ ਵਾਰਮਿੰਗ ਦੱਸੀ। ਫਿਰ ਜੀ ਇੱਕ ਚੀਜ਼ ਐਸਿਡ ਰੇਨਸ ਹੋ ਸਕਦੀਆਂ ਨੇ। ਐਸਿਡ ਰੇਨਸ ਮੀਨ ਇਹੀ ਤੇਜ਼ਾਬੀ ਵਰਖਾ। ਹਾਂ, ਇਹੀ ਕੈਮੀਕਲਸ, ਇਹੀ ਜਿਹੜੀ ਗੈਸਿਸ ਨੇ, ਜਦੋਂ ਇਹ ਹਵਾ ਦੇ ਵਿੱਚ, ਵਾਟਰ ਦੇ ਵੇਪਰਸ ਦੇ ਵਿੱਚ, ਪਾਣੀ ਦੇ ਜਿਹੜੇ ਵਾਸ਼ਪ ਨੇ ਬੱਦਲਾਂ ਦੇ ਰੂਪ 'ਚ ਘੁੰਮ ਰਹੇ, ਉਹਦੇ ਨਾਲ ਮਿਕਸ ਹੋ ਕੇ ਕੰਡੈਂਸ ਹੋ ਕੇ ਤੇ ਉਹ ਐਸਿਡ ਤੇਜ਼ਾਬੀ ਬਾਰਿਸ਼ ਹੋਏਗੀ। ਉਹ ਵੀ ਸਿਹਤ ਲਈ ਨੁਕਸਾਨਦਾਇਕ ਹੈ। ਫਿਰ ਇਸ ਤੋਂ ਇਲਾਵਾ ਜਿਹੜੇ ਤੁਹਾਨੂੰ ਦੱਸੇ ਨੇ ਇਹਦੇ ਕਲੋਰੋਫਲੋਰੋਕਾਰਬਨਸ ਦੱਸੇ ਨੇ ਮੈਂ, ਜਿਵੇਂ ਕਿ ਤੁਹਾਨੂੰ ਦੱਸਿਆ ਉਹ ਰੈਫਰੀਜਰੇਟਰ ਦੀ ਗੈਸਿਸ। ਵੈਸੇ ਤਾਂ ਉਹਨਾਂ 'ਚ 1990 ਤੋਂ ਬਾਅਦ ਲਾਗੇ ਛਾਗੇ ਬੈਨ ਲਗਾਤਾ ਸੀ,
ਬਟ ਫਿਰ ਵੀ ਹੁਣ ਆਪਣੇ 에ਅਰ ਕੰਡੀਸ਼ਨ ਏਸੀਜ਼ ਬਹੁਤ ਵੱਧ ਗਏ ਨੇ। ਜੀ। ਸੋ ਇਹ ਓਜ਼ੋਨ ਲੇਅਰ ਜਿਹੜੀ ਹੈਗੀ ਹੈ ਉਹਦੀ ਡਿਪਲੀਸ਼ਨ ਕਰਦੇ। ਓਜ਼ੋਨ ਦੀ ਪਰਤ ਇੱਕ ਧਰਤੀ ਦੇ ਉੱਪਰ O3 ਆਪਾਂ ਕਹਿ ਸਕਦੇ ਹਾਂ ਇੱਕ ਪਰਤ ਹੈ ਜੀ। ਜਿਹੜੀ ਕਿ ਸੂਰਜ ਦੀਆਂ ਜਿਹੜੀਆਂ ਖਤਰਨਾਕ ਕਿਰਨਾਂ ਅਲਟਰਾਵਾਇਲਟ ਰੇਜ਼ ਤੋਂ ਸਾਨੂੰ ਬਚਾਉਂਦੀ ਹੈ। ਸੋ ਉਸ ਓਜ਼ੋਨ ਦੀ ਜਿਹੜੀ ਪਰਤ ਹੈ ਉਹਦੇ ਵਿੱਚ ਵੀ ਛੇਦ ਜਾਂ ਗੈਪ ਪੈਣਾ ਸ਼ੁਰੂ ਹੋ ਗਿਆ, ਜਿਹੜੇ ਖਾਸ ਕਰਕੇ ਦਕਸ਼ਣੀ ਧਰੁਵ ਦੇ ਕਿਨਾਰੇ ਉਹਦੇ ਵਿੱਚ ਗੈਪ ਪੈ ਗਿਆ ਅਤੇ ਉਹਨੂੰ ਓਜ਼ੋਨ ਡਿਪਲੀਸ਼ਨ ਕਹਿੰਦੇ ਨੇ। ਸੋ ਇਹ ਕਲੋਰੋਫਲੋਰੋਕਾਰਬਨਸ ਕਰਕੇ ਓਜ਼ੋਨ 'ਚ ਡਿਪਲੀਸ਼ਨ ਵੀ ਹੋ ਸਕਦੀ ਹੈ, ਹੋ ਰਹੀ ਹੈ। ਓਜ਼ੋਨ ਤੋਂ ਬਾਅਦ ਧਰਤੀ ਦੇ ਨੇੜੇ ਵੀ ਓਜ਼ੋਨ ਦੀ ਲੇਅਰ ਬਣਦੀ ਹੈ। ਇੱਕ ਮਤਲਬ ਆਊਟਰ ਪਾਸੇ ਹੋ ਗਈ, ਇੱਕ ਇਨਰ ਜੀ ਸਰਕਲ 'ਚ ਹੋ ਗਈ। ਧਰਤੀ ਦੀ ਸਤ੍ਹਾ ਦੇ ਨੇੜੇ ਜਿਹੜੀ ਓਜ਼ੋਨ ਦੀ ਲੇਅਰ ਬਣਦੀ ਹੈ ਉਹਨੂੰ ਗਰਾਊਂਡ ਲੈਵਲ ਓਜ਼ੋਨ ਬੋਲਦੇ ਆ। ਉਹ ਆਪਾਂ ਸਰਦੀਆਂ ਦੇ ਦਿਨਾਂ 'ਚ ਜਿਵੇਂ ਹੁਣ ਨਵੰਬਰ ਦਸੰਬਰ ਮਹੀਨਾ ਆ ਜੀ ਜੀ ਜਾਣਾ, ਜੀ ਬਿਲਕੁਲ, ਉਹਨਾਂ ਦਿਨਾਂ ਦੇ ਵਿੱਚ ਜਿਹੜਾ ਫੌਗ ਹੁੰਦੀ ਹੈ, ਜਿਹਨੂੰ ਧੁੰਦ ਕਹਿੰਦੇ ਹਾਂ ਅਸੀਂ, ਧੁੰਦ ਜਿਹੜੀ ਆ ਉਹ ਵਾਟਰ ਦੇ ਵੇਪਰਸ ਹੁੰਦੇ ਨੇ, ਪਾਣੀ ਦੇ ਵਾਸ਼ਪ ਹੁੰਦੇ ਨੇ ਹਵਾ ਦੇ ਵਿੱਚ ਸਰਦੀਆਂ 'ਚ, ਅਤੇ ਉਹਦੇ ਵਿੱਚ ਜਦੋਂ ਇੰਡਸਟਰੀਜ਼ ਦਾ ਧੂੰਆਂ ਜਾਂ ਜਿਹੜੇ ਐਰੋਸੋਲ ਦੱਸੇ ਨੇ, ਇਹ ਮੈਂ ਤੁਹਾਨੂੰ ਇਹਨਾਂ ਦੇ ਜਿਹੜੇ ਕਣ ਨੇ, ਠੋਸ ਕਣ, ਉਹ ਜਦੋਂ ਜਾਂ ਜਿਹੜਾ ਵੈਸੇ ਸਮੋਕ ਹੈਗਾ ਉਹ ਵਾਟਰ ਦੇ ਵੇਪਰਸ ਨਾਲ ਮਿਲ ਕੇ ਅਤੇ ਕੈਮੀਕਲ ਰਿਐਕਸ਼ਨ ਤੋਂ ਬਾਅਦ ਜਿਹੜਾ ਇੱਕ ਅਲੱਗ ਟਾਈਪ ਦੀ ਜਿਹੜੀ ਉਹ ਬਣਾਉਂਦਾ ਹੈਗਾ, ਫੌਗ ਦੀ ਹੀ ਅਲੱਗ ਕਿਸਮ, ਉਹਨੂੰ ਸਮੋਕ ਕਹਿੰਦੇ ਆ। ਸਮੋਗ। ਇਹ ਦੇਖੋ ਇੱਕ ਵਾਰੀ ਏਡਾ ਗਹਿਰਾ ਇਹਦਾ ਅਸਰ ਹੋਇਆ ਸੀਗਾ ਕਿ ਬੱਚਿਆਂ ਦੇ ਸਕੂਲ ਹੀ ਬੰਦ ਕਰਨੇ ਪੈ ਗਏ ਸੀ ਸਮੋਗ ਦੇ ਕਰਕੇ। ਔਰ ਜਿਹੜੇ ਥਿਕਲੀ ਪੋਪੂਲੇਟਿਡ ਐਂਡ ਪੋਲਿਊਟਿਡ ਸਿਟੀਜ਼ ਨੇ, ਜਿੱਦਾਂ ਦਿੱਲੀ ਹੈਗਾ ਜਿੱਥੇ ਇੰਡਸਟਰੀਜ਼ ਬਹੁਤ ਜ਼ਿਆਦਾ ਨੇ, ਉੱਥੇ ਇਹੀ ਧੂੰਆਂ ਅਤੇ ਫੌਗ ਮਿਲ ਕੇ ਜਦੋਂ ਸਮੋਗ ਬਣਾ ਦਿੰਦੀ ਹੈ, ਔਰ ਸਮੋਗ ਦੀ ਪਰਤ ਬਹੁਤ ਕਈ ਦਿਨ ਮਹੀਨਾ ਉਹਦੇ ਉੱਤੇ ਇਨਵਾਇਰਮੈਂਟ 'ਤੇ ਰਹਿੰਦੀ ਹੈ, ਅਤੇ ਉਹਦੇ ਨਾਲ ਇੱਕ ਤਾਂ ਧਰਤੀ ਦੇ ਉੱਤੇ ਸੂਰਜ ਦੀਆਂ ਕਿਰਨਾਂ ਨਹੀਂ ਪਹੁੰਚ ਪਾਉਂਦੀਆਂ ਜੀ। ਸੈਕਿੰਡਲੀ ਸਾਹ ਦੀਆਂ, ਅਸਥਮਾ ਦੀਆਂ, ਰੈਸਪੀਰੇਸ਼ਨ ਦੀਆਂ ਬਹੁਤ ਸਾਰੀਆਂ ਸਮੱਸਿਆ ਪੈਦਾ ਹੋ ਜਾਂਦੀਆਂ ਨੇ ਜੀ। ਅਤੇ ਮਤਲਬ ਬੜੀ ਉਹ ਡੇਂਜਰਸਲੀ ਸਰੀਰ ਲਈ ਨੁਕਸਾਨਦੇਹ ਹੁੰਦੀ ਹੈ, ਜਿਹੜੀ ਜ਼ਹਿਰ ਇੱਕ ਤਰ੍ਹਾਂ ਦਾ ਹੋ ਗਿਆ ਜੀ। ਬਿਲਕੁਲ ਜੀ ਜੀ ਜੀ। ਤੁਸੀਂ ਦਿੱਲੀ ਦਾ ਜ਼ਿਕਰ ਕੀਤਾ ਡਾਕਟਰ ਸਾਹਿਬ, ਆਪਾਂ ਜੇ ਪੂਰੀ ਧਰਤੀ 'ਤੇ ਨਜ਼ਰ ਮਾਰੀਏ ਤਾਂ ਤੁਹਾਡੀ ਨਜ਼ਰ 'ਚ ਕਿਹੜੇ ਸ਼ਹਿਰ ਜਿਹੜੇ ਆ ਰਹਿਣ ਯੋਗ ਹੈਗੇ ਆ ਅਤੇ ਕਿਹੜੇ ਬਹੁਤ ਪੋਲਿਊਟਡ ਹੋ ਚੁੱਕੇ ਆ? ਜੀ, ਇਹਦੇ 'ਚ ਮੈਂ ਜੇ ਵਰਲਡ ਲੈਵਲ ਤੋਂ ਸ਼ੁਰੂ ਕਰਾਂ ਜੀ, ਤਾਂ ਜਿਹੜਾ ਇਸ ਵੇਲੇ ਮਤਲਬ ਲੀਸਟ ਪੋਲਿਊਟਡ ਸ਼ਹਿਰ ਹੈਗਾ ਉਹ ਹੈਗਾ ਫਿਨਲੈਂਡ ਕੰਟਰੀ, ਜਿਹੜਾ ਹੈਗਾ ਫਿਨਲੈਂਡ, ਅਤੇ ਕੋਪਨਹੈਗਨ ਜਿਹੜਾ ਡੈਨਮਾਰਕ ਉਹਦੇ ਪੜੋਸ ਸੀ, ਉਹਦੀ ਰਾਜਧਾਨੀ ਹੈ, ਉਹ ਸ਼ਹਿਰਾਂ 'ਚ ਲੀਡ ਕਰ ਰਿਹਾ ਕਿ ਇਸ ਵੇਲੇ ਲੀਸਟ ਉਹਦੀ ਏਅਰ ਜਿਹੜੀ ਪੋਲਿਊਟਡ ਹੈ। ਵੈਸੇ ਤਾਂ ਸਾਰਾ ਯੂਰਪ ਦਾ ਹੀ ਏਅਰ ਕੁਆਲਿਟੀ ਇੰਡੈਕਸ ਬਹੁਤ ਅੱਛਾ ਹੈਗਾ, ਲੇਕਿਨ ਇਹ ਜਿਹੜੇ 50-100 ਦੇ ਵਿੱਚ ਜੀ ਇਹਨਾਂ ਜਿਹੜਾ ਆਪਣੇ ਫਿਨਲੈਂਡ ਹੈ ਉਹਦਾ ਏਅਰ ਕੁਆਲਿਟੀ ਇੰਡੈਕਸ 6 ਹੈਗਾ, ਜਿਹੜਾ ਕਿ ਬਹੁਤ ਹੀ ਅੱਛਾ ਹੈਗਾ, ਬਹੁਤ ਸੁਪੀਰੀਅਰ ਹੈ। ਔਰ ਅਮਰੀਕਾ 'ਚ ਹਵਾਈ ਆਈਲੈਂਡ ਜਿਹੜਾ ਹੈਗਾ ਉਹਦਾ ਏਅਰ ਕੁਆਲਿਟੀ ਇੰਡੈਕਸ 21 ਹੈਗਾ ਜੀ। ਅਤੇ ਬਾਕੀ ਜੇ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਲੱਦਾਖ ਔਰ ਹਿਮਾਚਲ ਦੇ ਵਿੱਚ ਕਿੰਨੌਰ ਜੀ, ਇਹ ਬੜੇ ਪਿਓਰ ਹੈਗੇ ਨੇ। ਔਰ ਸ਼ਿਲੌਂਗ ਜਿਹੜਾ ਈਸਟ ਇੰਡੀਆ 'ਚ ਹੈਗਾ ਜੀ, ਉਹ ਵੀ ਕਾਫੀ ਅੱਛਾ ਹੈਗਾ ਜੀ। ਇੱਕ ਚੀਜ਼ ਹੋਰ ਮੈਂ ਇੱਥੇ ਦੱਸਣੀ ਚਾਹੁੰਦਾ, ਇੱਕ AQI ਤੋਂ ਇਲਾਵਾ ਇੱਕ PM 2.5 ਵੀ ਪੈਮਾਨਾ ਹੁੰਦਾ ਹੈਗਾ। PM 2.5 ਹਾਂਜੀ, ਇਹ ਹੈਗਾ PM ਮੀਨ ਫਾਈਨ ਪਾਰਟੀਕੂਲੇਟ ਮੈਟਰ ਜੀ। ਜਿਹੜੇ ਪਾਰਟੀਕਲਸ ਨੇ ਹਵਾ ਦੇ ਵਿੱਚ, ਜਿਹੜੇ ਕਣ ਨੇ, ਉਹ ਜਿਹੜੇ 2.5 ਮਾਈਕਰੋਨ ਤੋਂ ਛੋਟੇ ਨੇ, ਉਹ ਕਿੰਨੀ ਜ਼ਿਆਦਾ ਮਾਤਰਾ 'ਚ ਹੈਗੇ ਨੇ। ਜੇ ਉਹ ਜ਼ਿਆਦਾ ਮਾਤਰਾ 'ਚ ਹੋਣਗੇ ਤਾਂ PM 2.5 ਉਹ ਜ਼ਿਆਦਾ ਹੋਏਗਾ ਜੀ, ਅਤੇ ਜੇ ਉਹ ਘੱਟ ਹੋਣਗੇ ਤਾਂ ਘੱਟ ਹੋਏਗਾ। ਔਰ ਇਹ ਅਸੀਂ ਜਦੋਂ ਨਾਪਦੇ ਹਾਂ, ਇਹ ਅਸੀਂ ਫਿਰ ਇੱਕ ਕਿਊਬਿਕ ਮਾਈਕਰੋਗ੍ਰਾਮ ਪਰ ਕਿਊਬਿਕ ਆਪਣੇ ਲੈਂਦੇ ਹਾਂ, ਪਰ ਕਿਊਬ 'ਚ ਲੈਂਦੇ ਹਾਂ। ਇੱਕ ਕਿਊਬ ਦੇ ਵਿੱਚ ਕਿੰਨੇ ਮਾਈਕਰੋਗ੍ਰਾਮ ਨੇ, ਅਤੇ ਉਹ ਫਿਰ 12 ਤੱਕ ਅਗਰ ਹੈ ਤਾਂ ਸਹੀ ਹੈ, ਜੇ 12 ਤੋਂ ਵੱਧ 35 ਤੱਕ ਉਹ ਡੇਂਜਰਸਲੀ ਹਾਈ ਮੰਨਿਆ ਜਾਂਦਾ ਹੈਗਾ। ਸੋ PM 2.5 ਵੀ ਜਿਹੜਾ ਹੈਗਾ, ਇਹੀ ਸ਼ਹਿਰ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਇਹਨਾਂ ਦਾ ਅੱਛਾ ਹੈਗਾ ਜੀ। ਔਰ ਹਿੰਦੁਸਤਾਨ ਦੇ ਵਿੱਚ ਜਿਹੜੇ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਆਪਾਂ, ਲੱਦਾਖ ਔਰ ਕਿੰਨੌਰ ਜਾਂ ਸ਼ਿਲੌਂਗ ਨੂੰ ਛੱਡ ਕੇ ਅਗਰ ਸਿਟੀਜ਼ ਦੀ ਗੱਲ ਕਰੀਏ, ਜਿਹੜੇ ਮੈਟਰੋ ਸਿਟੀਜ਼, ਤਾਂ ਇੱਕ ਬੰਗਾਲ ਦੇ ਵਿੱਚ ਔਰ ਤਾਮਿਲਨਾਡੂ ਦੇ ਸ਼ਹਿਰ, ਬੰਗਾਲ ਜਾਂ ਤਾਰਾਕੇਸ਼ਵਰ ਵੈਸਟ ਬੰਗਾਲ 'ਚ ਹੈਗਾ ਸਿਟੀ ਜੀ, ਔਰ ਰਾਜਸਥਾਨ ਦਾ ਉਦੈਪੁਰ, ਐਂਡ ਸਾਊਥ ਇੰਡੀਆ 'ਚ ਤਾਮਿਲਨਾਡੂ ਤਿਰੂਚਿਰਪੱਲੀ, ਇਹਨਾਂ ਦਾ AQI ਅੱਛਾ ਹੈਗਾ, 4
5-6 ਦੇ ਆਸ-ਪਾਸ ਹੈ। ਵਾਹ, ਇਹ ਤਾਂ ਫਿਨਲੈਂਡ ਤੋਂ ਵੀ ਅੱਛਾ ਹੈ। ਜੀ ਜੀ। ਔਰ ਜਿਹੜੇ ਆਪਣੇ ਕੁਛ ਸ਼ਹਿਰ ਹੈਗੇ ਨੇ ਜਿਹੜੇ ਬੜੇ ਹੀ ਡੇਂਜਰਸ ਲੈਵਲ ਤੇ ਬਦਨਾਮ ਹੋ level ਗਏ ਦੇ ਨੇ, ਬਹੁਤ ਜ਼ਿਆਦਾ। ਉਹਨਾਂ 'ਚ ਯੂਪੀ ਦੇ ਸ਼ਹਿਰ ਕਾਨਪੁਰ, ਫਰੀਦਾਬਾਦ ਦਿੱਲੀ ਦੇ ਕੋਲ, ਗਇਆ, ਵਾਰਾਣਸੀ, ਪਟਨਾ, ਦਿੱਲੀ, ਜੀ ਆਗਰਾ, ਗੁੜਗਾਉਂ, ਇਹ ਬੜਾ ਡੇਂਜਰਸ ਲੈਵਲ ਦੇ ਇਹਨਾਂ ਦਾ AQI ਹੈ। ਜੀ 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 ਤੇ ਇਨਫੈਕਟ ਇੰਡੀਆ ਜਿਹੜਾ ਹੈਗਾ ਉਹ ਦੂਸਰੇ ਨੰਬਰ ਹੈ ਵਿਸ਼ਵ ਦੇ ਵਿੱਚ ਮੋਸਟ ਪੋਲਿਊਟਿਡ ਸਿਟੀ। ਜੀ 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 ਦੂਸਰੇ ਨੰਬਰ ਦਾ ਸਭ ਤੋਂ ਪੋਲਿਊਟਿਡ ਸਿਟੀ ਹੈ। ਪਹਿਲੇ ਨੰਬਰ ਦਾ ਬੰਗਲਾਦੇਸ਼ ਹੈ। ਪੋਲਿਊਟਿਡ ਕੰਟਰੀ। ਹਾਂਜੀ, ਸੌਰੀ, ਪੋਲਿਊਟਿਡ ਕੰਟਰੀ। ਔਰ ਪਹਿਲੇ ਨੰਬਰ ਦਾ ਬੰਗਲਾਦੇਸ਼ ਹੈ ਜੀ। ਜੀ। ਔਰ ਸਾਡੇ ਮਗਰੀ ਪਾਕਿਸਤਾਨ ਦੇ ਸ਼ਹਿਰ ਵੀ ਲਾਗੇ ਦੇ ਪਸ਼ਾਵਰ, ਰਾਵਲਪਿੰਡੀ ਤੇ ਕਰਾਚੀ ਨੇ, ਇਹਨਾਂ ਸ਼ਹਿਰਾਂ ਦੇ ਮਗਰੀ। ਤੇ ਚਾਈਨਾ ਦੇ ਬਾਕੀ ਸ਼ਹਿਰ ਨੇ। ਸੋ ਸਾਡਾ ਜਿਹੜਾ ਇਹ ਸਬ ਕੰਟੀਨੈਂਟ ਕਹਿ ਸਕਦੇ ਹੋ ਤੁਸੀਂ ਜੀ, ਇਹ ਬੜਾ ਹੀ ਮਤਲਬ ਹਾਈਲੀ ਪੋਲਿਊਟਿਡ ਏਰੀਆ ਰੀਜਨ ਪਾਕਿਸਤਾਨ, ਇੰਡੀਆ, ਬੰਗਲਾਦੇਸ਼ ਐਂਡ ਚਾਈਨਾ। ਦੇਖਿਆ ਜਾਵੇ ਡਾਕਟਰ ਸਾਹਿਬ ਕਿ ਜੇ 6.5 ਅਰਬ ਹਿਊਮਨ ਪਾਪੂਲੇਸ਼ਨ ਹੈਗੀ ਆ, ਜੀ ਜੀ, ਉਹ 'ਚੋਂ 1.5 ਅਰਬ ਦਾ ਇੰਡੀਆ 'ਚ ਬੈਠਾ ਹੈ ਤੇ ਇੰਨਾ ਕੀ ਚੀਨ 'ਚ ਬੈਠਾ। 300 ਅਰਬ ਜਿਹੜਾ ਹੈ ਉਹ 300 ਕਰੋੜ ਤਾਂ ਇਹੀ ਹੋ ਗਿਆ। ਜੀ ਜੀ ਜੀ। ਜਾਣੀ ਪੂਰੀ ਧਰਤੀ ਦੀ ਅੱਧੀ ਆਬਾਦੀ ਤੋਂ ਲਗਭਗ ਇੰਨੇ ਕੇ ਏਰੀਏ ਦੇ ਵਿੱਚ ਹੀ ਆ, ਚੀਨ ਔਰ ਇੰਡੀਆ। ਔਰ ਲਾਈਫ ਐਕਸਪੈਕਟੈਂਸੀ ਜਿਹੜੀ ਹੈ 5 ਸਾਲ ਉਹਦੇ 'ਚ ਘਟ ਜਾਂਦੀ ਹੈ ਇਸ ਪੋਲਿਊਸ਼ਨ ਕਰਕੇ। ਔਰ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਲੁਧਿਆਣਾ ਔਰ ਮੋਹਾਲੀ ਇਹ 140, 150, 160 ਲੈਵਲ ਤੇ ਨੇ, ਜਦਕਿ ਜਲੰਧਰ ਔਰ ਅੰਮ੍ਰਿਤਸਰ ਇਹ 98 ਤੇ ਨੇ। ਔਰ ਬਠਿੰਡਾ ਅੱਛਾ ਇਹਨਾਂ 'ਚ 60 ਤੇ ਲਾਗੇ ਛਾਗੇ ਹੈਗਾ। ਜੀ ਜੀ ਜੀ। ਸੋ ਇਹ ਹੈਗੇ ਜੀ ਸਾਡੇ ਜਿਹੜੇ। ਤੇ ਜਿਵੇਂ ਆਪਾਂ ਇੰਨੀ ਫਿਕਰਮੰਦੀ ਜ਼ਾਹਰ ਕਰਦੇ ਹਾਂ ਸਾਰੀ ਧਰਤੀ ਦੇ ਉੱਤੇ, ਤੇ ਸੈਮੀਨਾਰ ਹੋ ਰਹੇ ਨੇ, ਸਮਿਟ ਹੋ ਰਹੇ ਨੇ, ਬੜੀ ਖੋਜ ਹੋ ਰਹੀ ਹੈ ਵੀ ਆਪਾਂ ਜਿਹੜੀ ਹਵਾ ਦੀ ਜਿਹੜੀ ਕੁਆਲਿਟੀ ਹੈ ਕਿਵੇਂ ਸੁਧਾਰਨੀ ਹੈ, ਏਅਰ ਪੋਲਿਊਸ਼ਨ ਨੂੰ ਕਿਵੇਂ ਆਪਾਂ ਬਿਲਕੁਲ ਖਤਮ ਕਰ ਸਕਦੇ ਹਾਂ। ਤੁਸੀਂ ਦੇਖਿਆ ਹੋਣਾ ਕੱਲ੍ਹ ਹੀ ਆਪਣੇ ਜਿਹੜੇ ਐਂਟੋਨੀਓ ਗੁਟਾਰੇਸ ਨੇ, ਜਿਹੜੇ ਆਪਣੇ UNO ਦੇ ਅਧਿਕਸ਼ ਨੇ, ਉਹਨਾਂ ਨੇ ਆਪਣੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨਾਲ ਕੇਵੜੀਆ ਗੁਜਰਾਤ ਦੇ ਵਿੱਚ ਕੱਲ੍ਹ ਇੱਕ ਮਿਸ਼ਨ ਲਾਈਫ ਸ਼ੁਰੂ ਕੀਤਾ ਹੈਗਾ, ਜਿਹੜਾ ਕਿ ਇਸੇ ਦਿਸ਼ਾ 'ਚ ਉਪਰਾਲਾ ਕਰੇਗਾ। ਔਰ ਮੈਂ ਇੱਕ ਸਬ ਕੰਟੀਨੈਂਟ ਭੂਟਾਨ ਦੇਸ਼ ਦੀ ਗੱਲ ਕਰਨੀ ਭੁੱਲ ਗਿਆ, ਜਿਹਨੂੰ ਕਿ ਅਸੀਂ ਕਾਰਬਨ ਨੈਗੇਟਿਵ ਸਟੇਟ ਕਹਿੰਦੇ ਹਾਂ, ਜਿਹੜੇ ਕਿ ਕਾਰਬਨ ਡਾਈਆਕਸਾਈਡ ਦਾ ਜਿੰਨਾ ਉਤਸਰਜਨ ਕਰਦੀ ਹੈ ਉਸ ਤੋਂ ਵੱਧ ਉਹਨੂੰ ਸੋਖ ਲੈਂਦੀ ਹੈ। ਉਹ ਕਿਵੇਂ ਸੋਖਦੀ ਹੈ? ਉਹਨਾਂ ਨੇ ਰੱਖਿਆ ਹੋਇਆ ਕਿ 60% ਜਿਹੜਾ ਏਰੀਆ ਹੈਗਾ ਉਹ ਫੋਰੈਸਟ ਹੋਣੇ ਚਾਹੀਦੇ ਨੇ, ਗ੍ਰੀਨ ਕਵਰ। ਉਹਨਾਂ ਨੇ ਇਹ ਲਾਅ ਬਣਾਇਆ ਹੈ ਕਿ ਉਸ ਤੋਂ ਵੱਧ ਪੇੜ ਨਹੀਂ ਕੱਟਣੇ। ਸੋ ਇੰਨੇ ਪੇੜ ਕਾਰਬਨ ਡਾਈਆਕਸਾਈਡਸ ਜਿਹੜੇ ਉਹਨੂੰ ਸੋਖ ਲੈਂਦੇ ਨੇ। ਪਲੱਸ ਉਹਨਾਂ ਨੇ ਵੁੱਡ ਬਰਨ ਵਗੈਰਾ 'ਤੇ ਬੈਨ ਲਗਾ ਕੇ ਜਿਹੜੇ ਸਾਡੇ ਡੈਮਸ ਨੇ, ਜਿਹੜੀ ਹਾਈਡਰੋ ਇਲੈਕਟ੍ਰੀਕਲ ਵਾਟਰ ਤੋਂ ਜਿਹੜੀ ਐਨਰਜੀ ਹੈ, ਉਹੀ ਐਨਰਜੀ ਨੂੰ ਘਰ ਘਰ ਪਹੁੰਚਾ ਰਹੇ ਨੇ ਬਿਜਲੀ ਦੇਣ ਲਈ ਜਾਂ ਹੋਰ ਕੰਮਾਂ ਲਈ ਯੂਟੀਲਾਈਜ਼ ਕਰਨ ਲਈ। ਸੋ ਉਹ ਕੰਬਸਸ਼ਨ ਨੂੰ ਜਾਂ ਇਹਨੂੰ ਜਲਾਉਣ ਨੂੰ ਉਹ ਮਨਾ ਕਰ। ਇਸ ਕਰਕੇ ਭੂਟਾਨ ਜਿਹੜਾ ਹੈਗਾ ਉਹ ਇੱਕੋ ਹੀ ਕੰਟਰੀ ਹੈ ਦੁਨੀਆ ਦਾ ਜਿਹੜਾ ਕਾਰਬਨ ਨੈਗੇਟਿਵ ਸਟੇਟ ਹੈ। ਵਾਹ ਵਾਹ। ਸੋ ਇਹ ਸਾਡੇ ਇਸੇ ਰੀਜਨ 'ਚ ਹੈ, ਲੇਕਿਨ ਉਹਨਾਂ ਨੇ ਬੜੀ ਸ਼ਾਨਦਾਰ ਉਪਲਬਧੀ ਹੈ ਜੀ। ਇਹ ਉਪਲਬਧੀ ਹੈ ਜੀ, ਵਾਕਈ ਕਮਾਲ ਹੈ। ਤੇ ਜਿਵੇਂ ਹੁਣ ਮਿਸ਼ਨ ਲਾਈਫ ਦੀ ਗੱਲ ਹੋ ਗਈ, ਇਹ ਵੀ ਇੱਕ ਚੰਗੀ ਖਬਰ ਆ ਔਰ ਇਹਦੇ ਚੰਗੇ ਨਤੀਜੇ ਵੇਖਣ ਨੂੰ ਮਿਲ ਸਕਦੇ ਨੇ। ਤੇ ਜਾਂਦੇ ਜਾਂਦੇ ਦੋਸਤਾਂ ਦੇ ਨਾਲ ਤੁਸੀਂ, ਕਿਉਂਕਿ ਆਪਾਂ ਪਹਿਲਾਂ ਸਾਂਝ ਪਾ ਚੁੱਕੇ ਹਾਂ ਦੋਸਤਾਂ ਦੇ ਨਾਲ ਕਿ ਡਾਕਟਰ ਵਿਸ਼ਾਲ ਧਰਵਾਲ ਜੀ ਡਾਕਟਰ ਬਦਨਸੀਬ ਦੇ ਨਾਮ ਦੇ ਨਾਲ ਇੱਕ ਸ਼ਾਇਰੀ ਵੀ ਕਰਦੇ ਨੇ, ਤੇ ਕਿਉਂ ਨਾ ਦੋਸਤੋ ਉਹਨਾਂ ਕੋਲੋਂ ਆਪਾਂ ਸਾਡੀ ਸਿਹਤ ਪ੍ਰੋਗਰਾਮ ਦੇ ਵਿੱਚ ਕੁਝ ਸ਼ਾਇਰਾਨਾ ਜਿਹੜਾ ਕੋਈ ਕਲਾਮ ਸੁਣੀਏ। ਤੇ ਪਹਿਲਾਂ ਤਾਂ ਮੈਂ ਦੀਵਾਲੀ ਦੇ ਮੌਕੇ 'ਤੇ ਸਾਰਿਆਂ ਨੂੰ ਐਡਵਾਂਸ 'ਚ ਸ਼ੁਭ ਕਾਮਨਾਵਾਂ ਦਿੰਦਾ, ਲੇਕਿਨ ਪਟਾਕੇ ਘੱਟ ਚਲਾਓ ਤੇ ਗ੍ਰੀਨ ਦੀਵਾਲੀ ਮਨਾਓ। ਇਹ ਸੋਚ ਕੇ ਨਾ ਜਾਓ ਕਿ ਕੁਛ ਦੇਰ ਕੀ ਖਾਮੋਸ਼ੀ ਹੈ ਔਰ ਫਿਰ ਕਾਨੋਂ ਮੇਂ ਸ਼ੋਰ ਆਏਗਾ ਜੀ, ਤੁਹਾਡਾ ਤਾਂ ਵਕਤ ਹੈ, ਹਮਾਰਾ ਦੌਰ ਆਏਗਾ। ਕਈ ਹਿਸਾਬ ਨਾਲ ਵੀ ਚੱਲੇ ਹੁੰਦੇ ਨੇ ਜੀ। ਤੇ ਲਾਸਟ ਜਾਂਦੇ ਜਾਂਦੇ ਮੈਂ ਇਹੀ ਕਹੂੰਗਾ ਕਿ ਜਿਵੇਂ ਚਿਪਕੋ ਅੰਦੋਲਨ ਚੱਲਿਆ ਸੀ, ਬਹੁਗੁਣਾ ਸਾਹਿਬ ਨੇ, ਸੁੰਦਰ ਲਾਲ ਬਹੁਗੁਣਾ ਨੇ, ਜਾਂ ਉਹਨਾਂ ਨੇ ਕਿਹਾ ਸੀ ਕਿ ਮੁੜੋ ਪ੍ਰਕਿਰਤੀ ਕੀ ਔਰ, ਆਪਣੇ ਮੁੜੋ ਪੇੜਾਂ ਪੌਦਿਆਂ ਵੱਲ ਤੇ ਆਪਣੇ ਜੰਗਲਾਂ ਵੱਲ। ਤੇ ਇਹ ਨਾ ਹੋਵੇ ਕਿ ਅਸੀਂ ਫਿਰ ਬੱਚੋ ਇਹ ਕਹੀਏ कि पहाड़, जंगल और नदी ने मुझे याद किया और हमारे बाद सभी ने मुझे याद किया। हमारे होते एक लम्हा मुलाकात ना हुई जी, और हमारे बाद एक सदी ने हमें तलाश किया। क्या बता। बहुत खूब जी, बहुत खूब डॉक्टर साहब। ठीक है जी। सो दोस्तों, ਉਮੀਦ ਹੈ ਕਿ ਤੁਹਾਨੂੰ ਡਾਕਟਰ ਵਿਸ਼ਾਲ ਜੀ ਨਾਲ ਅੱਜ ਦੀ ਜਿਹੜੀ ਗੱਲਬਾਤ ਆ ਉਹ ਪਸੰਦ ਆਈ ਹੋਏਗੀ। ਤੁਸੀਂ ਆਪਣੀ ਰਾਏ, ਪ੍ਰਤੀਕਿਰਿਆ, ਆਪਣੇ ਸੁਝਾਅ, ਆਪਣੀਆਂ ਟਿੱਪਣੀਆਂ ਜ਼ਰੂਰ ਸਾਡੇ ਨਾਲ ਸਾਂਝੀਆਂ ਕਰੋ। ਜਿਹੜੀ duabaRadio.com ਵੈਬਸਾਈਟ ਆ ਉਹਦੇ ਰਾਹੀਂ ਜਾ ਕੇ ਤੁਸੀਂ ਸਾਨੂੰ ਆਪਣੇ ਸੁਝਾਅ ਦੇ ਸਕਦੇ ਹੋ। ਪੇਜ ਹੈ ਸਾਡਾ ਫੇਸਬੁੱਕ ਦੇ ਉੱਤੇ fb.com/duabaRadio। ਇਸੇ ਤਰ੍ਹਾਂ YouTube ਦੇ ਉੱਤੇ ਵੀ ਸਾਡਾ ਕੰਟੈਂਟ ਤੁਹਾਨੂੰ ਮਿਲ ਜਾਏਗਾ। ਸੋ ਦੋਸਤੋ, ਇਸ ਪ੍ਰੋਗਰਾਮ ਦੇ ਬਾਰੇ ਤੁਹਾਡੀ ਰਾਏ ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ, ਕੀਮਤੀ ਆ।
ਤਾਂ ਅਸੀਂ ਧੰਨਵਾਦੀ ਹਾਂ ਡਾਕਟਰ ਵਿਸ਼ਾਲ ਜੀ ਦੇ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਲਈ ਸਾਡੇ ਐਕਸਪਰਟ ਪੈਨਲ ਲਿਸਟ ਬਣਨ ਦੀ ਹਾਮੀ ਭਰੀ ਹੈ। ਤੇ ਇਹ ਸੀਰੀਜ਼ ਜਿਹੜੀ ਹੈ ਲਗਾਤਾਰ ਦੋਸਤੋ ਹਰ ਐਤਵਾਰ ਜਿਹੜੀ ਹੈ ਤੁਹਾਨੂੰ ਸੁਣਨ ਨੂੰ ਮਿਲੇਗੀ। ਤੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਇੱਕ ਵਾਰੀ ਫਿਰ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ, ਸ਼ੁਕਰੀਆ ਜੀ। ਦੋਸਤੋ ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਜ਼ਿੰਦਗੀ ਜਿੰਦਾਬਾਦ, ਮੁਹੱਬਤ ਜਿੰਦਾਬਾਦ। ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ, ਦੁਆਬਾ ਰੇਡੀਓ। ਦੁਆਬਾ ਰੇਡੀਓ।